ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 60 ਦੇ ਹੇਠੋਂ 6ਵੀਂ ਪੰਕਤੀ ਹੈ, 9 ਨੰਬਰ ਤੋਂ ਬਾਅਦ। ਮਿਲਿਆ ਕਾ ਕਿਆ ਮੇਲੀਐ, ਸ਼ਬਦ ਮਿਲੇ ਪਤਿਆਏ। ਮਨਮੁਖ ਸੋਝੀ ਨਾ ਪਵੈ, ਵਿਛੜ ਚੋਟਾਂ ਖਾਏ। ਨਾਨਕ ਦਰ ਕਰ ਏਕ ਹੈ, ਅਵਰ ਨ ਦੂਜੀ ਜਾਏ। ਮਿਲਿਆਂ ਕਾ ਕਿਆ ਮੇਲੀਏ, ਜਿਹੜੇ ਪਹਿਲੇ ਹੀ ਪਰਮਾਤਮਾ ਨੂੰ ਮਿਲੇ ਹੋਏ ਨੇ ਉਹਨਾਂ ਨੂੰ ਕੀ ਮਿਲਾਉਣਾ। ਹੁਣ ਪਰਮਾਤਮਾ ਨਾਲ ਕਿਵੇਂ ਮਿਲੇ? ਸ਼ਬਦ ਮਿਲੇ। ਜਿਹੜਾ ਗੁਰੂ ਨੇ ਸ਼ਬਦ ਦਿੱਤਾ ਸੀ ਉਹਦੇ ਰਾਹੀਂ ਉਹ ਪਰਮਾਤਮਾ ਨਾਲ ਮਿਲ ਗਏ। ਪਤਿਆਏ ਹੁੰਦਾ ਮਨ ਦਾ ਮੰਨ ਜਾਣਾ, ਅਤੇ ਉਹਨਾਂ ਦਾ ਮਨ ਹੁਣ ਮੰਨ ਗਿਆ। ਮਨਮੁਖ ਸੋਝੀ ਨਾ ਪਵੇ, ਪਰ ਜਿਹੜਾ ਮਨਮੁਖ ਹੁੰਦਾ ਹੈ, ਕਿਉਂਕਿ ਆਪਣੇ ਉਹ ਗੁਰੂ ਦੇ ਮਗਰ 'ਤੇ ਲੱਗਦਾ ਨਹੀਂ, ਆਪਣੀ ਮਰਜ਼ੀ ਕਰਦਾ ਹੈ, ਇਸ ਲਈ ਉਹਨੂੰ ਸੋਝੀ ਨਹੀਂ ਆਉਂਦੀ। ਔਰ ਨਾਮ ਨਹੀਂ ਜਪਦਾ, ਉਹ ਗੁਰੂ ਦੇ ਅੱਖੇ ਨਹੀਂ ਲੱਗਦਾ, ਉਹਨੂੰ ਸੋਝੀ ਨਹੀਂ ਹੈ। ਵਿਛੜ ਚੋਟਾਂ ਖਾਏ, ਇਸ ਲਈ ਪਰਮਾਤਮਾ ਤੋਂ ਵਿਛੜ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ। ਕੋਈ ਹੋਰ ਚੋਟਾਂ ਦਾ ਕੋਈ ਡੰਡੇ ਡੁੰਡੇ ਦਾ ਭਾਵ ਨਹੀਂ ਇੱਥੇ ਹੈ। ਇੱਥੇ ਭਾਵ ਹੈ ਅੰਦਰ ਫਿਰ ਬੁਰਾਈਆਂ ਪੈਦਾ ਹੁੰਦੀਆਂ, ਉਹਨਾਂ ਬੁਰਾਈਆਂ ਕਾਰਨ ਫਿਰ ਦੁਖੀ ਹੁੰਦਾ ਰਹਿੰਦਾ ਹੈ। ਨਾਨਕ ਦਰ ਕਰ ਏਕ ਹੈ, ਅਵਰ ਨਾ ਦੂਜੀ ਜਾਏ। ਜਾਏ ਹੁੰਦਾ ਥਾਂ। ਇਸ ਮਨੁੱਖ ਲਈ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਜਿੱਥੋਂ ਇਹਨੂੰ ਓਟ ਆਸਰਾ ਮਿਲੇ। ਸਿਰਫ ਪਰਮਾਤਮਾ ਦਾ ਦਰ ਅਤੇ ਪਰਮਾਤਮਾ ਦਾ ਘਰ ਹੈ ਜਿੱਥੋਂ ਇਸ ਨੂੰ ਕੋਈ ਓਟ ਆਸਰਾ ਮਿਲ ਸਕਦਾ ਹੈ। ਹੋਰ ਕੋਈ ਥਾਂ ਹੀ ਨਹੀਂ ਹੈ ਜਿੱਥੇ ਜਾ ਕੇ ਰਹਿ ਸਕੇ, ਇਹਨੂੰ ਕੋਈ ਓਟ ਆਸਰਾ ਮਿਲੇ। ਅੱਗੇ ਕਹਿੰਦੇ ਸ਼੍ਰੀ ਰਾਗ ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਦੀ ਬਾਣੀ ਚੱਲ ਰਹੀ ਹੈ। ਗੁਰੂ ਨਾਨਕ ਦੇਵ ਫਰਮਾ ਰਹੇ ਨੇ, ਮਨਮੁਖ ਭੁੱਲੈ ਭੁਲਾਈਐ, ਭੂਲੀ ਠੌਰ ਨ ਕਾਏ। ਗੁਰ ਬਿਨ ਕੋ ਨ ਦਿਖਾਵਈ, ਅੰਧੀ ਆਵੈ ਜਾਏ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਮਨਮੁਖ ਭੁੱਲੈ ਭੁਲਾਈਐ, ਮਨਮੁਖ ਜਿਹੜਾ ਹੈ ਉਹ ਭੁੱਲਿਆ ਹੋਇਆ ਹੈ। ਉਹ ਸਮਝਦਾ ਵੀ ਮਾਇਆ 'ਚ ਸਾਰੇ ਸੁੱਖ ਨੇ, ਇਸ ਲਈ ਉਹ ਭੁੱਲਿਆ ਹੋਇਆ ਹੈ, ਉਹ ਭੁਲੇਖੇ ਵਿੱਚ ਹੈ। ਭੁੱਲੀ ਹੋਣ ਕਰਕੇ ਠੌਰ ਨਾ ਕਾਏ, ਉਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ, ਕੋਈ ਉਹਨੂੰ ਢੋਈ ਨਹੀਂ ਮਿਲਦੀ, ਕੋਈ ਉਹਨੂੰ ਓਟ ਆਸਰਾ ਨਹੀਂ ਮਿਲਦਾ ਜਿੱਥੇ ਸਦਾ ਰਹਿ ਸਕੇ। ਇਸ ਲਈ ਆਵਾਗਮਨ ਦੇ ਚੱਕਰ 'ਚ ਪਿਆ ਰਹਿੰਦਾ ਜਾਂ ਪਈ ਰਹਿੰਦੀ ਹੈ। ਗੁਰ ਬਿਨ ਕੋ ਨਾ ਦਿਖਾਵੀ, ਅੰਧੀ ਆਵੈ ਜਾਏ। ਗੁਰੂ ਤੋਂ ਬਿਨਾਂ ਕੋਈ ਰਸਤਾ ਦੱਸਣ ਵਾਲਾ ਨਹੀਂ ਹੈ। ਜੇ ਕੋਈ ਪਰਮਾਤਮਾ ਨੂੰ ਮਿਲਣਾ ਵੀ ਚਾਹੇ ਤਾਂ ਜਿੰਨਾ ਚਿਰ ਗੁਰੂ ਨਹੀਂ ਦੱਸਦਾ ਉਹਨਾਂ ਚਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਹੈ। ਗੁਰੂ ਉਹਨੂੰ ਪਰਮਾਤਮਾ ਨੂੰ ਮਿਲਣ ਦਾ ਢੰਗ ਤਰੀਕਾ ਦੱਸਦਾ ਹੈ, ਫਿਰ ਉਹ ਮਨੁੱਖ ਉਹ ਢੰਗ ਤਰੀਕਾ ਅਪਣਾਉਂਦਾ ਹੈ, ਫਿਰ ਇੱਕ ਦਿਨ ਜਾ ਕੇ ਪਰਮਾਤਮਾ ਨੂੰ ਮਿਲ ਪੈਂਦਾ। ਇਸ ਲਈ ਗੁਰੂ ਤੋਂ ਬਿਨਾਂ ਕੋਈ ਵੀ ਪਰਮਾਤਮਾ ਨੂੰ ਵਿਖਾ ਨਹੀਂ ਸਕਦਾ। ਅੰਧੀ, ਇਹ ਜਿਹੜੇ ਮਨਮੁਖ ਹੈ ਇਹ ਅੰਨੀ ਹੈ, ਅਗਿਆਨੀ ਹੈ। ਆਵੈ ਜਾਏ, ਇਹ ਜੰਮਦੀ ਰਹਿੰਦੀ ਹੈ, ਮਰਦੀ ਰਹਿੰਦੀ ਹੈ। ਇਹਦਾ ਆਵਾਗਮਨ ਦਾ ਚੱਕਰ ਬਣਿਆ ਰਹਿੰਦਾ ਹੈ, ਕਿਉਂਕਿ ਗੁਰੂ ਨੇ ਰਾਹ ਵਿਖਾਉਣਾ ਸੀ, ਗੁਰੂ ਨੇ ਪਰਮਾਤਮਾ ਦਰਸ਼ਨ ਕਰਾਉਣੇ ਸਨ। ਇਹ ਮਨਮੁਖ ਹੋਣ ਕਰਕੇ ਗੁਰੂ ਦੇ ਆਖੇ ਨਹੀਂ ਲੱਗਦੀ, ਇਸ ਲਈ ਦਾ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਜਿਹੜਾ ਮਾਇਆ ਦਾ ਠੱਗਿਆ ਹੋਇਆ ਹੈ, ਜਿਹੜਾ ਜਿਹਨੂੰ ਮਾਇਆ ਨੇ ਲੁੱਟ ਲਿਆ ਹੈ, ਉਹ ਗਿਆਨ ਰੂਪੀ ਪਦਾਰਥ ਨੂੰ ਗੁਆ ਬਹਿੰਦਾ ਹੈ। ਪਦਾਰਥ ਬੜੀ ਕੀਮਤੀ ਚੀਜ਼ ਨੂੰ ਕਹਿੰਦੇ ਨੇ। ਪਰਮਾਤਮਾ ਦੇ ਨਾਮ ਨੂੰ ਵੀ ਪਦਾਰਥ ਕਿਹਾ ਗਿਆ ਹੈ। ਜਿਹੜੀ ਜਿਉਂਦਿਆਂ ਮੁਕਤੀ ਮਿਲਦੀ ਹੈ ਇਹਨੂੰ ਵੀ ਪਦਾਰਥ ਕਿਹਾ ਗਿਆ ਹੈ। ਧਨ ਦੌਲਤ ਨੂੰ ਵੀ ਪਦਾਰਥ ਕਿਹਾ ਗਿਆ ਹੈ। ਅਤੇ ਜਿਹੜਾ ਹੈ ਪਰਮਾਤਮਾ ਬ੍ਰਹਮ ਗਿਆਨ, ਇਹਨੂੰ ਵੀ
ਪਦਾਰਥ ਕਿਹਾ ਗਿਆ ਹੈ। ਇਸ ਲਈ ਗਿਆਨ ਪਦਾਰਥਕ ਹੋਇਆ। ਬ੍ਰਹਮ ਗਿਆਨ ਰੂਪੀ ਪਦਾਰਥ ਇਹ ਗੁਆ ਬਹਿੰਦਾ ਹੈ। ਕਿਉਂ? ਮਾਇਆ ਨੇ ਇਹਨੂੰ ਠੱਗ ਲਿਆ ਹੈ, ਮਾਇਆ ਨੇ ਇਹਨੂੰ ਲੁੱਟ ਲਿਆ ਹੈ। ਬਾਬਾ ਮਾਇਆ ਭਰਮ ਭੁਲਾਏ, ਭਰਮ ਭੁੱਲੀ ਡੋਹਾਗਰੀ, ਨਾ ਫਿਰ ਅੰਕ ਸਮਾਏ ਰਹਾ। ਮਾਇਆ ਜਿਹੜੀ ਹੈ ਇਹ ਮਨੁੱਖ ਨੂੰ ਭਰਮ 'ਚ ਪਾਉਂਦੀ ਹੈ, ਭਰਮ 'ਚ ਪਾਉਂਦੀ ਹੈ ਅਤੇ ਫਿਰ ਰੱਬ ਨੂੰ ਭੁਲਾਉਂਦੀ ਹੈ। ਭਰਮ ਹੈ, ਪਤਾ ਨਹੀਂ ਰੱਬ ਹੈ ਕਿ ਨਹੀਂ ਹੈ, ਇਹ ਭਰਮ ਪੈਦਾ ਹੋ ਗਿਆ। ਅੱਛਾ, ਜਿਵੇਂ ਗੁਰੂ ਮਹਾਰਾਜ ਕਹਿੰਦੇ ਪਤਾ ਨਹੀਂ ਉਸੇ ਰੱਬ ਮਿਲੇਗਾ ਕਿ ਨਹੀਂ ਮਿਲੇਗਾ, ਬੜੀ ਦੇਰ ਹੋ ਲੱਗੇ, ਮਿਲਦਾ ਤਾਂ ਹੈ ਨਹੀਂ ਹੈ। ਭਰਮ 'ਚ ਪੈ ਜਾਂਦਾ ਬੰਦਾ, ਅਤੇ ਭਰਮ ਜਦੋਂ ਪੈ ਜਾਂਦਾ ਬੰਦਾ ਫਿਰ ਇੱਕ ਰਸਤੇ 'ਤੇ ਨਹੀਂ ਤੁਰਿਆ ਕਰਦਾ, ਉਹ ਡਿਗਡੋਲੇ ਖਾਂਦਾ ਹੈ। ਫਿਰ ਇਸ ਕਰਕੇ ਮਾਇਆ ਮਨੁੱਖ ਨੂੰ ਭਰਮ 'ਚ ਪਾ ਕੇ ਰੱਬ ਨੂੰ ਭੁਲਾਉਂਦੀ ਹੈ। ਜਿਹੜੀ ਭਰਮ 'ਚ ਪੈ ਗਈ ਉਹ ਰੱਬ ਨੂੰ ਗਈ ਭੁੱਲ। ਡੁਹਾਗਣੀ ਉਹ ਹੋ ਗਈ ਛੁੱਟੜ। ਡੁਹਾਗਣੀ ਹੁੰਦਾ ਜਿਸ ਨੂੰ ਪਤੀ ਪਰਮਾਤਮਾ ਨੇ ਛੱਡ ਦਿੱਤਾ ਹੋਵੇ, ਉਹਨੂੰ ਆਪਾਂ ਆਮ ਭਾਸ਼ਾ ਕਹਿੰਦੇ ਛੁੱਟੜ। ਉਹ ਛੁੱਟੜ ਹੁੰਦੀ ਹੈ। ਨਾ ਫਿਰ ਅੰਕ ਸਮਾਏ, ਉਹ ਪਰਮਾਤਮਾ ਦੀ ਗੋਦ ਵਿੱਚ, ਪਤੀ ਦੀ ਗੋਦ ਵਿੱਚ ਸਮਾ ਹੀ ਨਹੀਂ ਸਕਦੀ, ਕਿਉਂਕਿ ਪਰਮਾਤਮਾ ਨੇ ਅਤੇ ਪਤੀ ਪ੍ਰਭੂ ਪਤੀ ਨੇ ਉਹਨੂੰ ਛੱਡ ਦਿੱਤਾ ਹੈ, ਇਸ ਲਈ ਉਹਦੇ ਨਾਲ ਉਹ ਮਿਲ ਹੀ ਨਹੀਂ ਸਕਦੀ। ਭੂਲੀ ਫਿਰੈ ਦਸੰਤਰੀ, ਰਾਰਨ ਬਿਹਾਰੀ ਬਿੰਦੀ। ਦਸੰਤਰੀ ਹੁੰਦਾ ਦੇਸਾਂ ਪ੍ਰਦੇਸਾਂ ਵਿੱਚ। ਭੂਲੀ ਫਿਰੈ ਦਸੰਤਰੀ, ਭੂਲੀ ਗ੍ਰਹਿ ਤਜ ਜਾਏ। ਖਿਆਲ ਰੱਖਣ ਨੂੰ ਗ੍ਰਹਿ ਬੋਲਣਾ। 99% ਪਾਠੀ, 99% ਕੀਰਤਨੀਏ, 99% ਕਥਾਕਾਰ ਇਸ ਨੂੰ ਗ੍ਰਹਿ ਹੀ ਬੋਲਦੇ ਨੇ। ਮਨ 'ਤੇ ਚੜ੍ਹ ਗਿਆ ਹੈ, ਇਹ ਮੂੰਹ 'ਤੇ ਚੜ੍ਹ ਗਿਆ ਹੈ। ਇੱਕ ਨੇ ਗ੍ਰਹਿ ਕਿਹਾ, ਦੂਜੇ ਨੇ ਸੁਣ ਕੇ ਗ੍ਰਹਿ, ਤੀਜੇ ਨੇ ਗ੍ਰਹਿ, ਚੌਥੇ ਨੇ ਗ੍ਰਹਿ, ਅੱਗੇ ਅੱਗੇ ਚੱਲੀ ਗਏ। ਕਿਸੇ ਨੇ ਸਪੈਲਿੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਹਿੰਦੀ ਆਉਂਦੀ ਕੋਈ ਨਹੀਂ। ਜੇ ਹਿੰਦੀ ਆਵੇ ਫਿਰ ਤਾਂ ਗ੍ਰਹਿ ਹੀ ਪੜ੍ਹੇਗਾ। ਉਹਨੂੰ ਪਤਾ ਵੀ ਗ੍ਰਹਿ ਹੁੰਦਾ ਘਰ। ਹਿੰਦੀ 'ਚ ਘਰ ਨੂੰ ਕੀ ਕਹਿੰਦੇ ਨੇ? ਇੱਕ ਤਾਂ ਘਰ ਸਿੱਧੇ ਹੀ ਤਪਿਆ ਹੈ, ਦੂਜਾ ਗ੍ਰਹਿ। ਗ੍ਰਹਿ ਤਾਂ ਬੜੇ ਗ੍ਰਸਥੀ, ਫਲਾਣਾ ਬੰਦਾ ਜੀ ਗ੍ਰਸਥੀ ਹੈ। ਜੇ ਗ੍ਰਹਿ ਪੜ੍ਹੋਗੇ ਤਾਂ ਫਲਾਣਾ ਬੰਦਾ ਗ੍ਰਸਥੀ ਹੈ, ਉਹ ਤਾਂ ਗਲਤ ਹੋ ਜਾਏਗਾ। ਗ੍ਰਸਥੀ ਤਾਂ ਆਪਾਂ ਠੀਕ ਬੋਲ ਦਿੰਦੇ, ਫਲਾਣਾ ਬੰਦਾ ਗ੍ਰਸਥੀ ਹੈ ਜੀ, ਵਿਆਹ ਵਰਿਆ ਜੀ ਹੈ। ਪਰ ਗ੍ਰਹਿ ਪੜ੍ਹਨ ਵੇਲੇ ਪਤਾ ਨਹੀਂ ਕਿੱਥੇ ਚਲੇ ਜਾਂਦੇ, ਫਿਰ ਉਹਦਾ ਖਿਆਲ ਉਹਦਾ ਗ੍ਰਹਿ ਪੜ੍ਹ ਦਿੰਦੇ ਨੇ। ਗ੍ਰਹਿ ਤਾਂ ਹੋ ਗਿਆ ਮੰਗਲ ਗ੍ਰਹਿ, ਸ਼ਨੀ ਗ੍ਰਹਿ, ਫਲਾਣਾ ਗ੍ਰਹਿ, ਇਸ਼ਤਿਹਾਰ ਨੇ 9 ਗ੍ਰਹਿ ਨੇ। ਧਰਤੀ ਸਮੇਤ ਜਿਹੜੇ ਸੂਰਜ ਦੇ ਵਾਲੇ ਚੱਕਰ ਲਾਉਂਦੇ ਨੇ, ਇਹ ਗ੍ਰਹਿ। ਗ੍ਰਹਿ ਮੈਨੇ ਘਰ, ਗ੍ਰਹਿ ਮੈਨੇ ਆਪਣਾ ਪਰਿਵਾਰ। ਭੂਲੀ ਫਿਰੈ ਦਸੰਤਰੀ, ਭੂਲੀ ਗ੍ਰਹਿ ਤਜ ਜਾਏ। ਭੂਲੀ ਡੂੰਗਰ ਥਲ ਚੜ੍ਹੈ, ਭਰਮੈ ਮਨ ਡੋਲਾਏ। ਧੁਰੋਂ ਹਾਹੇ ਤੇ ਟਿੱਪੀ। ਕਈ ਇਹਨਾਂ ਨੂੰ ਪਤਾ ਨਹੀਂ ਵੀ ਇੱਕੋ ਸ਼ਬਦ ਹੈ, ਉਹ ਕਰਨਗੇ ਧੁਰਹੂੰ, ਉਹਦੇ ਵਿਚਾਰਨਗੇ ਧੁਰਹੂੰ, ਉਹ ਤਾਂ ਦੋ ਹੋ ਗਏ, ਇੱਕੋ ਹੀ ਹੈ, ਇੱਕੋ ਸ਼ਬਦ ਹੈ ਧੁਰੋਂ। ਇਹਨੂੰ ਧੁਰਹੂੰ ਨਹੀਂ ਪੜ੍ਹ ਦੇਣਾ। ਧੁਰੋਂ ਧੁਰੋਂ ਵਿਛੁੰਨੀ ਕਿਉਂ ਮਿਲੇ, ਗਰਭ ਮੁੱਠੀ ਬਿਲ ਲਾਏ। ਮਾਇਆ ਕਾਰਨ ਇਹ ਜੀਵ ਇਸਤਰੀ ਭੁੱਲ ਗਈ ਹੈ ਅਤੇ ਫਿਰ ਦੇਸਾਂ ਪ੍ਰਦੇਸਾਂ 'ਚ ਫਿਰਦੀ ਰਹਿੰਦੀ ਹੈ। ਫਿਰ ਭੁੱਲੀ ਹੋਣ ਕਰਕੇ ਗ੍ਰਸਤ ਵੀ ਛੱਡ ਜਾਂਦੇ, ਘਰ ਬਾਰ ਵੀ ਛੱਡ ਜਾਂਦੇ। ਬਹੁਤ ਸਾਰੇ ਲੋਕ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ 'ਚ ਚਲੇ ਜਾਂਦੇ ਨੇ, ਗੁਰਬਾਣੀ ਉਹਨਾਂ ਨੂੰ ਭੁੱਲਿਆ ਹੋਇਆ ਕਹਿੰਦੀ ਹੈ। ਉਹ ਸਮਝਦੇ ਨੇ ਪਤਾ ਨਹੀਂ ਵੀ ਜੰਗਲਾਂ 'ਚ ਜਾ ਕੇ ਰੱਬ ਮਿਲੇਗਾ, ਪਤਾ ਨਹੀਂ ਪਹਾੜਾਂ 'ਤੇ ਜਾ ਕੇ ਰੱਬ ਮਿਲੇਗਾ। ਗੁਰਬਾਣੀ ਨੇ ਬਹੁਤ ਸੌਖਾ ਕਰਤਾ, ਕਹਿੰਦੇ ਨਹੀਂ ਤੁਸੀਂ ਆਪਣੇ ਪਰਿਵਾਰ 'ਚ ਰਹੋ, ਆਪਣੇ ਪਰਿਵਾਰ 'ਚ ਰਹੋ, ਪਰਿਵਾਰ ਨੂੰ ਪਾਲੋ, ਆਪਣੇ ਪਰਿਵਾਰ ਨੂੰ ਪਿਆਰ ਕਰੋ, ਪਰ ਇੰਨੇ ਵੀ ਦਸਾਂ ਨੌਂ ਦੀ ਕਿਰਤ ਨਾ ਪਾਲੋ। ਦਸਾਂ ਨੌਂ ਦੀ ਕਿਰਤ ਨਾਲ ਪਰਿਵਾਰ ਪਾਲਣਾ। ਕੋਈ ਠੱਗੀ ਠੋਰੀ, ਹੇਰਾ ਫੇਰੀ, ਰਿਸ਼ਵਤ ਖੋਰੀ, ਮਿਲਾਵਟ ਖੋਰੀ, ਇਹੋ ਜਿਹਾ ਕੋਈ ਕੰਮ ਨਹੀਂ ਕਰਨਾ।
ਦਸਾਂ ਨੂੰਹਾਂ ਦੀ ਕੀਰਤਨ ਆਪਣਾ ਪਰਿਵਾਰ ਪਾਲ ਲਓ, ਨਾਮ ਜਪੋ, ਵੰਡ ਕੇ ਛਕੋ, ਬਸ ਹੋਰ ਉੱਥੇ ਕੀ ਹੈ। ਜਦੋਂ ਇਹਨਾਂ ਤਿੰਨਾਂ ਗੱਲਾਂ 'ਤੇ ਪਹਿਰਾ ਦੇਵੇਗਾ, ਬਾਕੀ ਗੁਣ ਆਪਣੇ ਆਪ ਹੀ ਆ ਜਾਂਦੇ ਮਨੁੱਖ 'ਚ। ਸੋ ਇਹ ਭਰਮ 'ਚ ਪੈ ਗਈ ਹੈ, ਜੀਵ ਇਸਤਰੀ ਭੁੱਲੀ ਫਿਰਦੀ ਹੈ, ਘਰ ਬਾਰ ਛੱਡ ਕੇ ਦੇਸਾਂ ਪ੍ਰਦੇਸਾਂ 'ਚ ਭਟਕਦੀ ਰਹਿੰਦੀ ਹੈ। ਭੁੱਲੀ ਹੋਣ ਕਰ ਕਦੇ ਪਹਾੜੀ 'ਤੇ ਚੜ੍ਹਦੀ, ਡੂੰਗਰ ਦੀ ਪਹਾੜੀ। ਇੱਕ ਹੁੰਦਾ ਪਹਾੜ, ਹੁਣ ਤਾਂ ਪਰਬਤ ਕਹਿੰਦੇ ਨੇ ਹਿੰਦੀ 'ਚ, ਹਿੰਦੀ ਵਾਲੇ ਉਸਨੂੰ ਕੀ ਕਹਿੰਦੇ ਨੇ, ਪਰਬਤ। ਡੂੰਗਰ ਛੋਟੀ ਪਹਾੜੀ ਨੂੰ ਕਹਿੰਦੇ ਨੇ। ਡੂੰਗਰ ਭੁੱਲੀ ਡੂੰਗਰ ਥਲ ਚੜ੍ਹੈ, ਭਰਮੈ ਮਨ ਡੁਲਾਏ। ਭੁੱਲੀ ਹੋਣ ਕਰਕੇ ਕਦੇ ਪਹਾੜੀਆਂ 'ਤੇ ਚੜ੍ਹਦੀ ਹੈ ਵੀ ਸ਼ਾਇਦ ਰੱਬ ਉੱਥੇ ਹੈ, ਭਰਮ 'ਚ ਹੋਣ ਕਰਕੇ ਮਨ ਡੋਲਦਾ ਰਹਿੰਦਾ ਹੈ। ਮਨ ਡੋਲਦਾ ਰਹਿੰਦਾ ਹੈ, ਮਨ ਫੈਸਲਾ ਹੀ ਨਹੀਂ ਕਰ ਸਕਦਾ ਕੀ ਠੀਕ ਹੈ ਕੀ ਗਲਤ ਹੈ। ਤੁਰੋਂ ਵਿਛੁੰਨੀ ਕਿਉਂ ਮਿਲੇ, ਕਿਉਂ ਦੇ ਦੋ ਅਰਥ ਹੁੰਦੇ ਨੇ। ਇੱਕ ਤਾਂ ਜੇ ਤੁਸੀਂ ਕਿਉਂ ਲੜ ਰਹੇ ਹੋ, ਕਿਉਂ ਰੌਲਾ ਪਾ ਰਹੇ ਹੋ। ਦੂਜਾ ਦਾ ਕਿਸ ਤਰ੍ਹਾਂ, ਇੱਥੇ ਅਰਥ ਹੈ ਕਿਸ ਤਰ੍ਹਾਂ। ਵਿਛੁੰਨੀ ਹੁੰਦੇ ਵਿਛੜੀ, ਤੁਰੋਂ ਵਿਛੁੰਨੀ ਕਿਉਂ ਮਿਲੇ। ਜਿਹੜੀ ਤੁਰੋਂ ਹੀ ਪਰਮਾਤਮਾ ਤੋਂ ਵਿਛੜੀ ਹੋਈ ਹੈ, ਉਹ ਪਰਮਾਤਮਾ ਨਾਲ ਕਿਵੇਂ ਮਿਲ ਸਕਦੀ ਹੈ। ਕਿਉਂ, ਗਰਭ ਮੁੱਠੀ ਬਿੱਲਾ ਹੈ, ਉਹ ਤਾਂ ਹੰਕਾਰ ਦੀ ਠੱਗੀ ਹੋਈ ਹੈ। ਗਰਭ ਹੰਕਾਰ ਨੂੰ ਕਹਿੰਦੇ ਨੇ। ਹੰਕਾਰ ਨੇ ਉਸ ਨੂੰ ਲੁੱਟ ਲਿਆ ਹੈ, ਹੰਕਾਰ ਨੇ ਉਸ ਨੂੰ ਠੱਗ ਲਿਆ ਹੈ। ਉਹ ਜਿਹੜੇ ਬਿੱਲ ਲਾਇਆ ਦਾ ਵਿਰਲਾਪ ਕਰਨਾ, ਰੋਣਾ ਪਿੱਟਣਾ, ਉਹ ਫਿਰ ਜਿਹੜਾ ਹੈ ਦੁਖੀ ਹੁੰਦੀ ਰਹਿੰਦੀ ਹੈ। ਵਿਛੋੜੇ 'ਚ ਹਮੇਸ਼ਾ ਹੀ ਦੁੱਖ ਹੁੰਦਾ ਹੈ, ਇਹ ਗੱਲ ਚੰਗੀ ਤਰ੍ਹਾਂ ਯਾਦ ਰੱਖਣੀ ਹੈ। ਵਿਛੋੜੇ ਵਿੱਚ ਹਮੇਸ਼ਾ ਹੀ ਦੁੱਖ ਹੁੰਦਾ ਹੈ, ਮਿਲਾਪ ਦੇ ਵਿੱਚ ਹੀ ਸੁੱਖ ਹੁੰਦਾ ਹੈ। ਤੁਹਾਡਾ ਧੀ ਪੁੱਤਰ ਤੁਹਾਡੇ ਤੋਂ ਵਿਛੜ ਜਾਏ, ਕੋਈ ਰਿਸ਼ਤੇਦਾਰ ਵਿਛੜ ਜਾਏ, ਕਿੰਨਾ ਦੁੱਖ ਹੁੰਦਾ ਬੰਦੇ, ਵਿਛੋੜਾ ਹੈ। ਇਸ ਤਰ੍ਹਾਂ ਮਨੁੱਖ ਜਦੋਂ ਪਰਮਾਤਮਾ ਤੋਂ ਵਿਛੜਦਾ, ਇਹਨੂੰ ਸੋਝੀ ਨਹੀਂ ਕਿ ਮੈਂ ਦੁਖੀ ਕਿਉਂ ਹਾਂ। ਉਹ ਭਟਕਦਾ ਰਹਿੰਦਾ, ਉਹਨੂੰ ਦੁੱਖਾਂ ਦਾ ਕਾਰਨ ਨਹੀਂ ਲੱਭਦਾ। ਗੁਰਬਾਣੀ ਸਿੱਧਾ ਜੀ ਕਹਿੰਦੇ ਤੂੰ ਰੱਬ ਤੋਂ ਵਿਛੜ ਗਿਆ ਸੀ, ਦੁਖੀ ਹੈ। ਫਿਰ ਉਹ ਕਹਿੰਦੇ ਸੁਖੀ ਕਿਵੇਂ, ਤੂੰ ਸੰਸਾਰਕ ਯਤਨਾਂ ਨਾਲ ਸੁਖੀ ਨਹੀਂ ਹੋ ਸਕਦਾ। ਸੁਖੀ ਹੋਣਾ ਪਰਮਾਤਮਾ ਦਾ ਨਾਮ ਜਪ, ਉਸ ਨਾਲ ਤੇਰਾ ਮੇਲ ਹੋ ਜਾਏਗਾ, ਸੁਖੀ ਹੋ ਜਾਏਗਾ। ਨਾਮ ਨਾ ਜਪਣ ਕਰਕੇ ਅਸੀਂ ਪਰਮਾਤਮਾ ਤੋਂ ਵਿਛੜ ਗਏ ਹਾਂ। ਨਾਮ ਜਪ ਕੇ ਉਹਦੇ ਨਾਲ ਮਿਲ ਸਕਦੇ ਹਾਂ ਬਸ, ਕਿਉਂਕਿ ਵਿਛੜੇ ਹੋਏ ਹਾਂ ਇਸ ਲਈ ਦੁਖੀ ਹਾਂ। ਜਦੋਂ ਮਿਲ ਜਾਵਾਂਗੇ ਫਿਰ ਸੁਖੀ ਹਾਂ, ਫਿਰ ਸੁਖੀ ਹਾਂ। ਇੰਨੀ ਕੁ ਗੱਲ ਹੈ, ਆਹੀ ਨਹੀਂ ਮਨੁੱਖ ਨੂੰ ਸਮਝ ਆਉਂਦੀ। ਧਰਮ ਕੋਈ ਲੰਬੀ ਚੌੜੀ ਫਿਲਾਸਫੀ ਨਹੀਂ ਹੈ, ਕੋਈ ਔਖਾ ਕੰਮ ਨਹੀਂ ਹੈ ਧਰਮ ਨੂੰ ਕੋਈ ਸਮਝਣਾ, ਅਸਿੱਧਾ ਜਿਹਾ ਹੀ ਹੈ। ਗੁਰਬਾਣੀ ਕਹੇ ਤੁਸੀਂ ਦੁਖੀ ਹੋ, ਅਲਗਾ ਹਾਂ ਦੁਖੀ ਹਾਂ ਜੀ, ਇਹ 'ਚ ਕੋਈ ਸ਼ੱਕ ਨਹੀਂ। ਨਾਨਕ ਦੁਖੀ ਹੈ ਸਭ ਸੰਸਾਰ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ। ਦੇਖਣ ਨੂੰ ਸੁਖੀ ਦਿਖਾਈ ਦੇਣਾ ਹੋਰ ਗੱਲ ਹੁੰਦਾ ਹੈ, ਅਸਲੀ ਜਿਹੜਾ ਸੁਖੀ ਹੋਣਾ ਉਹ ਹੋਰ ਗੱਲ ਹੁੰਦਾ। ਦੇਖੋ ਤਾਂ ਮੈਨੂੰ ਜਿਹੜਾ ਪੁੱਛ ਕੀ ਹਾਲ ਚਾਲ ਬਾਬਾ, ਆਨੰਦ ਮੰਗਲ ਹੈ ਜੀ, ਬਸ ਮੇਰੇ ਪੱਕਾ ਸ਼ਬਦ ਆਨੰਦ ਮੰਗਲ ਹੈ ਜੀ। ਗੱਲ ਕਰ ਠੀਕ ਹੈ ਬਾਬਾ ਚੜ੍ਹਦੀ ਕਲਾ। ਕੋਲ ਕੋਈ ਬੈਠੇਗਾ, ਅੱਧਾ ਪੌਣਾ ਘੰਟਾ ਗੱਲਬਾਤ ਕਰੇਗਾ, ਕੋਈ ਹਾਲ ਚਾਲ ਪੁੱਛੇਗਾ, ਫਿਰ ਬਾਬਾ ਉਹ ਸ਼ਾਇਦ ਆਪਣੀ ਕੋਈ ਤਕਲੀਫ ਦੱਸੇ। ਇਸ ਲਈ ਬਾਹਰੋਂ ਵੇਖ ਕੇ ਇਹ ਨਹੀਂ ਸਮਝ ਲੈਣਾ ਜੇ ਸੁਖੀ ਹੈ, ਬਾਹਰੋਂ ਨਹੀਂ ਅੰਦਾਜ਼ੇ ਲਾਣੇ। ਬਾਹਰਲੇ ਦੁੱਖ ਦਾ ਤਾਂ ਪਤਾ ਨਹੀਂ, ਫੋੜਾ ਫਿਣਸੀ ਹੈ, ਜੇ ਲੱਤ ਬਾਂਹ ਟੁੱਟ ਗਈ ਹੈ, ਜੇ ਫਲਾਣਾ, ਇਹਦਾ ਤਾਂ ਪਤਾ ਲੱਗ ਸਕਦਾ ਹੈ। ਜਿਹੜਾ ਮਨ ਦਾ ਦੁੱਖ ਹੈ ਉਹ ਬਾਹਰੋਂ ਨਹੀਂ ਪਤਾ ਲੱਗਦਾ, ਉਹ ਵਿਛੋੜੇ ਕਾਰਨ ਐਕਚੁਅਲੀ, ਹੋਰ ਕੁਛ ਨਹੀਂ ਹੈ। ਅਸੀਂ ਨਾਮ ਨਹੀਂ ਜਪਦੇ, ਪਰਮਾਤਮਾ ਤੋਂ ਵਿਛੜੇ ਹੋਣ ਕਰਕੇ ਦੁਖੀ ਹਾਂ। ਹੁਣ ਆਪਾਂ ਨਾਮ ਜਪ ਰਹੇ ਹਾਂ, ਹੌਲੀ 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 ਸੁਖੀ ਹੋ ਜਾਵਾਂਗੇ। ਜਦੋਂ ਦੇ ਇਸ ਪਾਸੇ ਮੁੜੇ ਹੋਏ ਹਾਂ, ਉਦੋਂ ਦੇ ਪਹਿਲਾਂ ਨਾਲੋਂ ਸੁਖੀ ਹਾਂ। ਜਿਹਦੀ ਮਰਜ਼ੀ ਆਪਣਾ ਵੇਖ ਲੈ, ਝਾਤੀ ਮਾਰ ਕੇ ਆਪਣੇ ਅੰਦਰ। ਜਦੋਂ ਉਸਨੇ ਨਾਮ ਸ਼ੁਰੂ ਕੀਤਾ ਸੀ ਉਦੋਂ ਪਹਿਲੀ ਅਵਸਥਾ ਅਤੇ ਹੁਣ ਦੀ ਆਪਣੀ ਅਵਸਥਾ 'ਚ ਵੇਖ ਲੈ, ਉਹ ਪਹਿਲਾਂ ਨਾਲ ਜ਼ਰੂਰ ਹੁਣ ਸੁਖੀ ਹੋਏਗਾ, ਕਿਉਂਕਿ ਨਾਮ ਜਪਦਾ ਹੈ। ਇਸ ਲਈ ਕਿਉਂ ਨਾਮ ਜਪਣ ਕਰਕੇ ਅਸੀਂ ਸੁਖੀ ਨਹੀਂ, ਨਾਮ ਸਾਨੂੰ ਪਰਮਾਤਮਾ ਦੇ ਨੇੜੇ ਲਈ ਜਾਂਦਾ, ਇਸ ਲਈ ਅਸੀਂ ਸੁਖੀ ਹਾਂ। ਨਾਮ ਸਾਨੂੰ ਪਰਮਾਤਮਾ ਦੇ ਨੇੜੇ ਲਈ ਜਾਂਦਾ, ਜਿਉਂ ਜਿਉਂ ਪਰਮਾਤਮਾ ਨੇੜੇ ਜਾਈ ਜਾਏ ਤਿਉਂ ਤਿਉਂ ਸੁਖੀ ਹੋਈ ਜਾਂਗੇ।
ਨਾਮ ਨਹੀਂ ਜਪਾਂਗੇ ਅਸੀਂ ਪਰਮਾਤਮਾ ਦੂਰ ਹੁੰਦੇ ਜਾਵਾਂਗੇ, ਦੂਰ ਹੁੰਦੇ ਜਾਵਾਂਗੇ, ਉਨੇ ਹੀ ਦੁਖੀ ਹੁੰਦੇ ਜਾਵਾਂਗੇ, ਬਸ ਉਨੇ ਦੁਖੀ ਹੁੰਦੇ ਜਾਵਾਂਗੇ। ਸਾਡੇ ਦੁੱਖ ਦਾ ਕਾਰਨ ਵਿਛੋੜਾ ਹੈ, ਸੁੱਖ ਦਾ ਕਾਰਨ ਮਿਲਾਪ ਹੈ। ਵਿਛੋੜਾ ਕਿਉਂ ਪੈ ਗਿਆ ਹੈ ਕਿ ਅਸੀਂ ਪਰਮਾਤਮਾ ਦੇ ਹੁਕਮ 'ਚ ਨਹੀਂ ਚੱਲੇ। ਨਾਨਕ ਏਕੋ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਹੀ ਹੁਕਮ ਹੈ ਨਾਮ ਜਪਣਾ, ਬਸ। ਪਰਮਾਤਮਾ ਦੇ 50-60 ਕੋਈ ਹੁਕਮ ਨਹੀਂ ਹੈਗੇ, ਇੱਕੋ ਹੀ ਹੁਕਮ ਹੈ। ਉੱਠਦੇ ਬੈਠਦੇ ਤੁਰਦੇ ਫਿਰਦੇ ਕਿ ਮੇਰਾ ਨਾਮ ਜਪੀ ਜਾਓ, ਬਸ। ਬਾਕੀ ਸਾਰੇ ਕੰਮ ਪਰਮਾਤਮਾ ਮੈਂ ਤੁਹਾਡੇ ਕਰਾਂਗਾ ਨਾ। ਇਹ ਮਨੁੱਖ ਨੂੰ ਆਹੀ ਨਹੀਂ ਮਨਜ਼ੂਰ ਹੈਗਾ। ਇਹ ਭਰਮ 'ਚ ਪੈ ਜਾਂਦਾ। ਐਂ ਕਿਵੇਂ ਹੋ ਜਾਏਗਾ? ਇਹਨੂੰ ਕਹਿੰਦੇ ਭਰਮ ਭੁੱਲੀ ਦੁਹਾਗਣੀ। ਇਹ ਭਰਮ 'ਚ ਪੈ ਜਾਂਦਾ। ਜੇ ਮੈਂ ਹਰ ਵਕਤ ਵਾਹਿਗੁਰੂ 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 ਕਰਦਾ ਰਿਹਾ, ਮੈਨੂੰ ਰੋਟੀ ਕਿੱਥੋਂ ਮਿਲੇਗੀ? ਮੈਨੂੰ ਕੱਪੜੇ ਕਿੱਥੋਂ ਮਿਲਣਗੇ? ਇਹ ਰਹਿਣ ਲਈ ਘਰ ਕਿੱਥੋਂ ਮਿਲੇਗਾ? ਫਲਾਣਾ ਕਿਵੇਂ ਹੋਏਗਾ ਜੀ? ਇਹ ਮੇਰੇ ਜਵਾਕਾਂ ਨੂੰ ਕੌਣ ਪਾਲੇ? ਬਸ ਕਰਨਾ ਨਹੀਂ, ਉਦੋਂ ਤੁਰ ਪੈਣਾ। ਇਹਨੂੰ ਕਹਿੰਦੇ ਭਰਮ 'ਚ ਭੁੱਲ ਜਾਣਾ। ਮਨੁੱਖ ਫਿਰ ਭਰਮ 'ਚ ਆ ਜਾਂਦਾ ਹੈ, ਔਰ 99% ਨੂੰ ਇਹੀ ਲੱਗਦਾ ਹੈ। ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਕਿ ਤੁਸੀਂ ਆਪਣਾ ਕਰਮ ਛੱਡ ਦਿਓ। ਕਿਤੇ ਲਿਖਿਆ? ਗੁਰਬਾਣੀ ਕਹਿੰਦੀ ਨਹੀਂ, ਕਿਰਤ ਕਰੋ। ਜਿੰਨਾ ਚਿਰ ਤੁਹਾਡਾ ਸਰੀਰ ਚੱਲਦਾ ਹੈ, ਕਿਰਤ ਕਰੋ। ਤੁਸੀਂ ਐਂ ਸਮਝੋ ਵੀ ਮੈਂ ਤਾਂ ਨਾ ਰਿਟਾਇਰ ਹੋਇਆ, ਨਾ ਜੇ ਮਰਿਆ। ਮੈਂ ਤਾਂ ਪ੍ਰਾਈਵੇਟ ਨੌਕਰੀ ਕਰਦਾ, ਮੇਰੀ ਕੋਈ ਪੈਨਸ਼ਨ ਨਹੀਂ, ਸਪੋਜ਼ ਕਰੋ ਕੁਛ ਨਹੀਂ ਹੈ। ਫਰਜ਼ ਕਰੋ ਸਾਡੀ ਪੈਨਸ਼ਨ ਵੀ ਕੋਈ ਨਾ ਹੁੰਦੀ, ਅਤੇ ਕੁਛ ਨਾ ਕੁਛ ਤਾਂ ਕੰਮ ਕਰਦੇ ਕਿ ਨਹੀਂ? ਰੋਟੀ ਤਾਂ ਖਾਣੀ ਸੀ ਕਿ ਨਹੀਂ? ਪਰਿਵਾਰ ਤੇ ਪਾਲਣਾ ਸੀ ਕਿ ਨਹੀਂ? ਕੰਮ ਕਰਨਾ ਪੈਣਾ ਸੀ ਨਾ ਕੋਈ। ਅਤੇ ਹੁਣ ਵੀ ਕਰਦੇ ਰਹੋ। ਇਹ ਥੋੜ੍ਹਾ ਰਿਟਾਇਰ ਹੈ ਵੀ ਵਿਹਲੇ ਪੈਰ ਲੱਤਾਂ ਪਸਾਰ ਕੇ ਪੈਰ ਰੱਖੋ। ਕੰਮ ਕਰੋ, ਘਰ ਦਾ ਕੰਮ ਕਰ ਲਓ। ਘਰ ਦਾ ਕੰਮ ਕਰ ਲਓ। ਕਿਸੇ ਨੂੰ ਕਹੋ ਹਾਂ ਭਾਈ ਦਾਲ ਸਬਜ਼ੀ ਚਾਹੀਦੀ, ਲਿਆ ਮੈਂ ਬਾਜ਼ਾਰੋਂ ਲੈ ਦਿੰਦਾ। ਅੱਛਾ ਕੱਪੜੇ ਤੋਂ ਲਿਆ ਬੇਟਾ, ਹਾਂ ਲਿਆ ਮੈਂ ਨਿਚੋੜ ਕੇ ਸੁੱਕਣੇ ਪਾ ਦਿੰਦਾ। ਉਹ ਅੱਛਾ ਸਬਜ਼ੀ ਕੱਟ ਰਹੇ, ਲਿਆਓ ਮੈਂ ਵੀ ਹੱਥ ਨਾਲ ਪਾ ਦਿੰਦਾ। ਨਾਲੇ ਘਰ ਵਾਲੀ ਖੁਸ਼ ਨਹੀਂ ਕਿ ਮਰੇ ਇਹ ਕਿੱਥੋਂ ਆ ਗਏ, ਰਿਟਾਇਰ ਹੋ ਗਿਆ ਹੈ, ਇਹ ਤਾਂ ਪਹਿਲੇ ਹੀ ਠੀਕ ਸੀ, ਇਹ ਦੂਰ ਹੀ ਰਹਿੰਦਾ। ਘਰ ਵਾਲੀ ਨਹੀਂ ਚਾਹੁੰਦੀ ਉਹਦਾ ਘਰ ਵਾਲਾ ਰਿਟਾਇਰ ਹੋ ਕੇ ਘਰ ਬੈਠੇ। ਨਹੀਂ, 99% ਬੀਬੀ ਇਹੀ ਚਾਹੁੰਦੀ ਪੈਸਾ ਆਉਂਦਾ ਰਹੇ, ਇਹ ਦੂਰ ਹੀ ਰਹੇ। ਬਸ ਘਰ 'ਚ ਰਹੇਗਾ, ਇਹ ਟੋਕ ਟਕਾਈ ਕਰੇਗਾ। ਕੁਦਰਤੀ ਗੱਲ ਹੈ। ਘਰ 'ਚ ਬੰਦਾ ਹੋਊਗਾ ਤਾਂ ਉਹਨੇ ਟੋਕ ਟਕਾਈ ਕਰਨੀ ਹੈ, ਅਤੇ ਤੁਹਾਡੀ ਆਜ਼ਾਦੀ ਖਤਮ ਹੋ ਜਾਣੀ ਹੈ। ਅਤੇ ਤੁਸੀਂ ਅਰਦਾਸਾਂ ਕਰ ਸੱਚੇ ਪਾਤਸ਼ਾਹ ਇਹ ਮੇਰੇ ਘਰ ਵਾਲੇ ਦੁਬਾਰਾ ਨੌਕਰੀ ਮਿਲ ਜਾਏ, ਇਹ ਕੋਈ ਕੰਮ 'ਤੇ ਲੱਗ ਜਾਏ, ਇਹ ਬਾਹਰ ਰਿਹਾ ਕਰੇ, ਨਾਲੇ ਇਸ ਤੋਂ ਖੜਾ ਛੁੱਟਿਆ ਰਹੇਗਾ, ਨਾਲੇ ਪੈਸਾ ਆਵੇਗਾ। ਬਾਕੀ ਤੁਸੀਂ ਜਾਣੋ, ਜ਼ਿਆਦਾ ਤੁਹਾਨੂੰ ਪਤਾ। ਮੇਰੇ 'ਤੇ ਅੰਦਾਜ਼ ਹੈ, ਜਿਹੜੇ ਮੇਰੇ ਨਾਲ ਤਾਂ ਆਪਣੇ ਦੁੱਖ ਸਾਂਝੇ ਕਰਦੇ ਨੇ, ਉਹਨਾਂ ਦੇ ਤਜਰਬੇ 'ਤੇ ਮੈਂ ਕਹਿ ਰਿਹਾ। ਇੱਕ ਵਿਚਾਰੇ ਨੇ ਰਿਟਾਇਰ ਹੋ ਕੇ 6 ਸਾਲ ਦੁਬਾਰਾ ਨੌਕਰੀ ਕੀਤੀ। ਰਿਟਾਇਰ ਹੋਇਆ 60,000 'ਤੇ 18,000 'ਤੇ ਨੌਕਰੀ ਕਰਦਾ ਰਿਹਾ ਦੁਬਾਰਾ। ਕਿਉਂ? ਘਰ 'ਚ ਰਹਿੰਦਾ ਸੀ, ਟੋਕ ਟਕੇ ਰਹਿੰਦੀ ਸੀ। ਤੁਸੀਂ ਨੌਕਰੀ ਕਰੋ ਜੀ ਕੋਈ। ਉਹ ਕਹਿੰਦਾ ਹੁਣ ਮੈਂ ਚੰਗਾ ਲੱਗਦਾ, ਮੈਂ ਆਫਿਸਰ ਰਿਟਾਇਰ ਹੋਇਆ ਹਾਂ, ਹੁਣ ਉਹਨਾਂ ਦੇ ਅੰਡਰ ਮੈਂ ਕੰਮ ਕਰਾਂ, ਤੁਹਾਨੂੰ ਨਹੀਂ ਪਤਾ ਜੀ। ਕਹਿੰਦਾ ਮੈਂ ਦੁਖੀ ਹੋ ਕੇ 6 ਸਾਲ ਦੁਬਾਰਾ ਨੌਕਰੀ ਕੀਤੀ, ਅਤੇ ਉਹ ਤੋਂ ਬਾਅਦ ਕਿ ਹੁਣ ਤੂੰ ਬੁੱਢਾ ਹੋ ਗਿਆ, ਹੁਣ ਨਹੀਂ ਤੂੰ ਨੌਕਰੀ, ਤੂੰ ਹੁਣ ਜਾ ਕਰ। ਖੈਰ ਇਹ ਭਰਮ 'ਚ ਪੈ ਜਾਂਦਾ ਮਨੁੱਖ ਕਿ ਜਿਵੇਂ ਨਾਮ ਹੀ ਜਪਦਾ ਰਿਹਾ, ਰੋਟੀ ਕਿੱਥੋਂ ਖਾਵਾਂਗਾ? ਵੀ ਭਲੇ ਉਹ ਮਾਨਸੋ, ਜਿਹਦਾ ਤੁਸੀਂ ਨਾਮ ਜਪੋਗੇ ਰੋਟੀ ਤਾਂ ਉਹ ਦੇਵੇਗਾ ਤੁਹਾਨੂੰ। ਹਾਂ ਕੁਝ ਦਿਨ ਤੁਹਾਨੂੰ ਭੁੱਖੇ ਰਹਿਣਾ ਪਏਗਾ, ਉਹ ਸਬਰ ਦੇਖੇਗਾ ਤੁਹਾਡਾ। ਉਹ ਸਬਰ ਦੇਖੇਗਾ ਕਿ ਵਿਸ਼ਵਾਸ ਹੈ ਕਿ ਟੁੱਟ ਗਿਆ, ਉਸ ਦਾ 4-5 ਦਿਨ ਕੁਛ ਵੀ ਨਾ ਦੇਵੇ। ਲੀਲਾਪੁਰ ਸਥਾਨ ਹੈ। ਦਸਮ ਪਾਤਸ਼ਾਹ ਕਹਿੰਦੇ ਇੱਕ ਬੱਚਾ ਆਇਆ ਉਹਨਾਂ ਕੋਲ, ਕਹਿੰਦਾ ਜੀ ਮੈਂ ਨਾ ਭਜਨ ਬੰਦਗੀ ਕਰਨੀ। ਕਹਿੰਦੇ ਜੇ ਭਜਨ ਬੰਦਗੀ ਕਰਨੀ ਸਾਡੀ ਗੱਲ ਸੁਣ ਲੈ। ਕਹਿੰਦਾ ਲੀਲਾਪੁਰ ਇੱਕ ਸਾਧ ਰਹਿੰਦਾ ਸੀ, ਉਹ ਵਿਸ਼ਨੂੰ ਮਹਾਰਾਜ ਦਾ ਭਗਤ ਸੀ। ਪਿੰਡ ਵਾਲਿਆਂ ਨੇ ਉਹਨੂੰ 1 ਦਿਨ 2 ਦਿਨ 4 ਦਿਨ 5 ਦਿਨ 6 ਦਿਨ 7 ਦਿਨ ਕੁਛ ਨਹੀਂ ਖਾਣ ਪੀਣ ਨੂੰ ਦਿੱਤਾ।
ਉਹ ਵੀ ਅਟਲ ਵਿਸ਼ਵਾਸ ਦਾ, ਉਹ ਵੀ ਉੱਠ ਕੇ ਪਿੰਡ 'ਚ ਮੰਗਣ ਨਹੀਂ ਗਿਆ ਕਿ ਮੈਂ ਜਿਹਦੀ ਭਜਨ ਬੰਦਗੀ ਕਰਦਾ ਆਪੇ ਮੈਨੂੰ ਦੇਵੇਗਾ, ਮੈਂ ਕੋਈ ਮੰਗਤਾ ਥੋੜ੍ਹਾ ਹੀ ਹਾਂ। ਭਜਨ ਬੰਦਗੀ ਕਰਨ ਵਾਲਾ ਮੰਗਤਾ ਨਹੀਂ ਹੋਇਆ ਕਰਦਾ, ਅਤੇ ਜਿਹੜਾ ਤੁਹਾਡੇ ਬੂਹੇ 'ਤੇ ਮੰਗਣ ਆ ਜਾਏ ਨਾ, ਉਹ ਸਾਧ ਨਹੀਂ ਹੋਇਆ ਕਰਦਾ। ਖਿਆਲ ਰੱਖਣਾ, ਕੱਪੜੇ ਭਾਵੇਂ ਸਾਧਾਂ ਵਾਲੇ ਪਾਏ ਹੋਣ, ਸਾਧ ਕਦੇ ਨਹੀਂ ਮੰਗਿਆ ਕਰਦਾ, ਅਤੇ ਜਿਹੜਾ ਮੰਗੇ ਉਹ ਸਾਧ ਨਹੀਂ ਹੁੰਦਾ। ਅਗਲਾ ਸਾਧ ਸੀ। ਵਿਸ਼ਨੂੰ ਮਹਾਰਾਜ ਵੀ ਜਾਣੀ ਜਾਣ ਸਨ। ਉਹਨਾਂ ਨੂੰ ਚੜ੍ਹਿਆ ਗੁੱਸਾ ਵੀ ਮੇਰਾ ਭਗਤ 7 ਦਿਨ ਦਾ ਭੁੱਖਾ ਬੈਠਾ ਹੈ, ਇਹ ਪਿੰਡ ਵਾਲਿਆਂ ਨੂੰ ਕੋਈ ਰੋਟੀ ਪਾਣੀ ਨਹੀਂ ਦਿੱਤਾ। 2 ਬੰਦੇ ਮਸ਼ਾਲਾਂ ਦੇ ਕੇ ਭੇਜਤੇ ਵੀ ਪਿੰਡ ਫੂਕ ਆਓ। ਅੱਗੋਂ ਉਹ ਵੀ ਬੰਦਾ ਪੂਰਾ ਸੀ। ਹੁਣ ਦੇਖੇ ਵੀ ਆ ਰਹੇ ਨੇ। ਕਹਿੰਦਾ ਬਈ ਕਿੱਧਰ ਚੱਲੇ ਹੋ? ਕਿ ਸਾਨੂੰ ਵਿਸ਼ਨੂੰ ਮਹਾਰਾਜ ਨੇ ਕਿਹਾ ਵੀ ਇਹਨਾਂ ਨੇ 7 ਦਿਨ ਹੋ ਗਏ ਪਿੰਡ ਵਾਲੇ ਤੁਹਾਨੂੰ ਖਾਣ ਨੂੰ ਰੋਟੀ ਨਹੀਂ ਦਿੱਤੀ, ਅਤੇ ਵਿਸ਼ਨੂੰ ਮਹਾਰਾਜ ਕਹਿੰਦੇ ਸਾਰਾ ਪਿੰਡ ਫੂਕਿਓ। ਉਹ ਕਹਿੰਦੇ ਇੱਕ ਮਸ਼ਾਲ ਮੈਨੂੰ ਦੇ ਦਿਓ। ਉਹਨੇ ਕਿਹਾ ਚੱਲ ਸਾਡੇ ਨਾਲ ਤੀਜਾ ਰਲ ਜੂ। ਇੱਕ ਮਸ਼ਾਲ 'ਚ ਫਲ ਨਹੀਂ ਰੱਖਿਆ। ਸੁਣੋ ਏ, ਜੇ ਪਿੰਡ ਫੂਕਣਗੇ ਨਾ ਮੈਂ ਇਸੇ ਅੱਗ ਨਾਲ ਤੁਹਾਨੂੰ ਫੂਕ ਦੇਣਾ, ਖਬਰਦਾਰ ਜੇ ਪਿੰਡ ਫੂਕਣ। ਕਹਿੰਦਾ ਯਾਰ ਚੰਗਾ ਬੰਦਾ ਤੂੰ, ਉਹ ਤੈਨੂੰ ਰੋਟੀ ਨਹੀਂ ਦਿੰਦੇ ਜੇ ਤਾਂ ਅਸੀਂ ਫੂਕਣ ਚੱਲੇ ਸਾਂ। ਉਹ ਕਹਿੰਦਾ ਮੈਂ ਵਿਸ਼ਨੂੰ ਮਹਾਰਾਜ ਨੂੰ ਕਹਿ ਦਿਓ ਜਾ ਕੇ, ਮੈਂ ਲੋਕਾਂ ਦੀ ਭਜਨ ਬੰਦਗੀ ਨਹੀਂ ਕਰਦਾ, ਮੈਂ ਵਿਸ਼ਨੂੰ ਮਹਾਰਾਜ ਦੀ ਭਜਨ ਬੰਦਗੀ ਕਰਦਾ। ਰੋਟੀ ਦੇਣਾ ਉਹਦਾ ਕੰਮ ਹੈ, ਲੋਕਾਂ ਲਈ ਮੈਂ ਕੀ ਕੀਤਾ? ਜੇ ਤਾਂ ਮੈਂ ਲੋਕਾਂ ਲਈ ਕੁਛ ਕੀਤਾ ਹੋਵੇ ਫਿਰ ਤਾਂ ਠੀਕ ਹੈ, ਮੈਂ ਉਮੀਦ ਵੀ ਰੱਖਾਂ। ਮੈਂ ਤਾਂ ਲੋਕਾਂ ਲਈ ਭਜਨ ਬੰਦਗੀ ਹੀ ਨਹੀਂ ਕਰਦਾ, ਮੈਂ ਤਾਂ ਵਿਸ਼ਨੂੰ ਮਹਾਰਾਜ ਲਈ ਕਰਦਾ। ਦੌੜ ਜਾ ਕਹਿੰਦੇ ਆਪਣੇ ਲੈ ਜਾਓ ਮਸ਼ਾਲਾਂ, ਖਬਰਦਾਰ ਕਹਿਣਾ ਸਾਡੇ ਜਾ ਕੇ ਕਹਿ ਦਿਓ ਵਿਸ਼ਨੂੰ ਮਹਾਰਾਜ ਨੂੰ ਬਈ ਜੇ ਰੋਟੀ ਭੇਜਣੀ ਹੈ ਤੁਸੀਂ ਭੇਜਣੀ ਹੈ, ਮੈਂ ਨਹੀਂ ਪਿੰਡ 'ਚ ਮੰਗਣੀ। ਅਤੇ ਉਹਨੇ ਜਾ ਕੇ ਕਹਿਤਾ ਅਤੇ ਵਿਸ਼ਨੂੰ ਮਹਾਰਾਜ ਹਾਂ ਅਸਲ ਇਹ ਹੈ ਮੇਰਾ ਭਗਤ। ਅਤੇ ਫਿਰ ਭਗਵਾਨ ਨੂੰ ਕਿਤੇ ਲੱਗਦੀ ਹੈ, ਅੰਦਰੋਂ ਘੁੰਡੀਆਂ ਜੀ ਮਰੋੜਤੀਆਂ ਲੋਕਾਂ ਦੀਆਂ। ਸਵੇਰੇ ਆ ਰਹੇ ਖਾਣ ਪੀਣ ਨੂੰ ਸਭ ਕੁਝ ਆ ਗਿਆ। ਕੁਛ ਦਿਨ ਉਡੀਕ ਕਰਨੀ ਪੈਣੀ ਭੁੱਖ ਪਿਆਸ ਦੀ। ਜਦ ਪਰਮਾਤਮਾ ਵੇਖੇਗਾ ਨਾ ਵਾਕਈ ਇਹਨੂੰ ਵਿਸ਼ਵਾਸ ਹੈ ਕਿ ਜਿਹੜਾ ਨਾਮ ਜਪਦਾ ਭੁੱਖਾ ਨਹੀਂ ਰਹਿੰਦਾ। ਉਹ ਜਿਹੜਾ ਨਾਮ ਜਪਦਾ ਪਰਮਾਤਮਾ ਨੂੰ ਭੁੱਖਾ ਨੰਗਾ ਨਹੀਂ ਰਹਿਣ ਦਿੰਦਾ, ਆਪੇ ਭੇਜਦਾ। ਉਹਨੂੰ ਚਿੰਤਾ ਹੋ ਜਾਂਦੀ ਹੈ। ਜਿਵੇਂ ਤੁਹਾਡੇ ਬੱਚੇ ਦੀ ਚਿੰਤਾ ਤੁਹਾਨੂੰ ਹੈ ਕਿ ਨਹੀਂ? ਉਹ ਇੱਕ ਦਿਨ ਰੋਟੀ ਨਾ ਖਾਵੇ, ਉਹ ਅਗਲੇ ਦਿਨ ਅੱਗੇ ਪਿੱਛੇ ਫਿਰੀ ਜਾਓਗੇ। ਪੁੱਤ ਦੁੱਧ ਪੀ ਲੈ, ਚੱਲ ਇੱਕ ਦੀ ਬੁਰਕੀ ਖਾ ਲੈ, ਚੱਲ ਜੇ ਰੋਟੀ ਨਹੀਂ ਜੀ ਕੋਈ ਦਾਲ ਖਾ ਲੈ, ਦਾਲ ਪੀ ਲੈ, ਕੋਈ ਚੱਲ ਕੋਈ ਫਲ ਖਾ ਲੈ, ਕੋਈ ਫਿਰਦੇ ਨਾ ਅੱਗੇ ਪਿੱਛੇ। ਇੱਕ ਦਿਨ ਹੀ ਨਹੀਂ ਉਹਨੇ ਖਾਧੇ, ਤੁਸੀਂ ਅੱਗੇ ਪਿੱਛੇ ਫਿਰਦੇ ਨਾ, ਐਂ ਭਗਵਾਨ ਫਿਰਦਾ। ਫਿਰ ਅਗਲਾ ਕਹਿੰਦਾ ਮੇਰਾ ਭਗਤ ਦਿਨ ਰਾਤ ਮੇਰਾ ਨਾਮ ਜਪਦਾ ਰਹਿੰਦਾ, ਰੋਟੀ ਪਾਣੀ ਦਾ ਪ੍ਰਬੰਧ ਕਰਨਾ ਮੇਰਾ ਫਰਜ਼ ਹੈ। ਫਿਰ ਰੱਬ ਆਪਣਾ ਫਰਜ਼ ਪੂਰਾ ਕਰਦਾ ਹੈ। ਇਸ ਲਈ ਭਰਮ ਭੁਰਮ 'ਚ ਨਹੀਂ ਆਉਣਾ ਹੈਗਾ ਕਿ ਸਾਨੂੰ ਕੌਣ ਪਾਲੇਗਾ ਅਤੇ ਸਾਡੇ ਬੱਚਿਆਂ ਨੂੰ ਕੌਣ ਪਾਲੇਗਾ। ਉਹੀ ਪਾਲੇਗਾ। ਬੱਚਿਆਂ ਦੀ ਚਿੰਤਾ, ਬੱਚੇ ਆਪਣੀ ਕਿਸਮਤ ਲਿਖਾ ਕੇ ਲਿਆਏ ਨੇ, ਤੁਸੀਂ ਕਿਸੇ ਦੀ ਕਿਸਮਤ ਨਹੀਂ ਬਣਾ ਸਕਦੇ। ਬੱਚੇ ਆਪਣੀ ਕਿਸਮਤ ਆਪ ਆਪਣੀ ਲਿਖਾ ਕੇ ਲਿਆਏ ਨੇ, ਉਹਨੇ ਆਪਣੀ ਕਿਸਮਤ ਅਨੁਸਾਰ ਬਣ ਜਾਣਾ। ਹਾਂ ਤੁਸੀਂ ਉਹਨਾਂ ਦੀ ਵਧੀਆ ਕਿਸਮਤ ਬਣਾਉਣੀ ਹੈ, ਫਿਰ ਉਹਨਾਂ ਨੂੰ ਭਜਨ ਬੰਦਗੀ ਵਾਲੇ ਪਾਸੇ ਲਾ ਦਿਓ। ਜੇ ਉਹ ਨਹੀਂ ਲੱਗਦੇ ਤਾਂ ਫਿਰ ਨਿਤਨੇਮ ਕਰੋ, ਜਲ ਅੱਗੇ ਰੱਖੋ, ਜਲ ਬਾਟੀ 'ਚ ਰੱਖ ਕੇ ਨਾ ਬਾਟੀ ਵੱਲ ਮੂੰਹ ਕਰਕੇ ਨਿਤਨੇਮ ਕਰੋ ਜਿਹੜੇ ਤੁਸੀਂ ਰੋਜ਼ ਕਰਦੇ ਹੋ। ਫਿਰ ਗੁਰੂ ਨਾਨਕ ਦੀ ਬੇਨਤੀ ਕਰੋ ਵੀ ਮੇਰੇ ਬੱਚਿਆਂ 'ਤੇ ਕਿਰਪਾ ਕਰੋ ਜੀ, ਇਹ ਵੀ ਭਜਨ ਬੰਦਗੀ ਵਾਲੇ ਪਾਸੇ ਲੱਗ ਜਾਣ। ਅਤੇ ਅੱਜ ਕੱਲ੍ਹ ਚਾਹ ਤਾਂ ਫਿਰ ਸਾਰੇ ਪੀਂਦੇ ਨੇ, ਅਤੇ ਚਾਹ ਬਣਾ ਕੇ ਸਾਰੇ ਪਰਿਵਾਰ ਨੂੰ ਪਿਲਾ ਦਿਓ। 40 ਦਿਨ ਤਜਰਬਾ ਕਰਦੇ ਲੱਗ ਜਾਣਗੇ ਮੂਲ ਮੰਤਰ ਦਾ ਜਾਪ ਕਰਨਾ। ਸਭ ਕੁਛ ਹੋ ਸਕਦਾ ਹੈ ਜੇ ਬੰਦਾ ਦ੍ਰਿੜ ਇਰਾਦਾ ਕਰ ਲੈ। ਢੰਗ ਤਰੀਕੇ ਗੁਰੂ ਮਹਾਰਾਜ ਦੱਸਦੇ ਨੇ ਕਰਨਾ, ਅਸੀਂ ਯਤਨ ਅਸੀਂ ਕਰਨਾ, ਉਹਨੇ ਢੰਗ ਤਰੀਕਾ ਦੱਸਣਾ। ਹਾਂ ਇੰਨੇ ਵੀ ਹਉਮੈ 'ਚ ਆ ਕੇ ਯਤਨ ਨਹੀਂ ਕਰਨਾ। ਬੇਨਤੀ ਕਰ ਦੇਣਾ ਪਰਮਾਤਮਾ ਨੂੰ ਵੀ ਸੱਚੇ ਪਾਤਸ਼ਾਹ ਮੈਂ ਲੱਗਾ ਤੁਹਾਡੇ ਭਜਨ ਬੰਦਗੀ ਕਰਨ, ਤੁਸੀਂ ਕਿਰਪਾ ਦ੍ਰਿਸ਼ਟੀ ਰੱਖਣੀ ਹੈ, ਮੈਨੂੰ ਇਸ ਪਾਸੇ ਲਾਈ ਰੱਖਣਾ ਜੀ, ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਪਵੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ
ਧੁਰੋਂ ਵਿਛੁੰਨੀ ਕਿਉਂ ਮਿਲੇ ਗਰਭ ਮੁੱਠੀ ਬਿਲ ਲਾਏ। ਉਹ ਤਾਂ ਧੁਰੋਂ ਹੀ ਵਿਛੜੀ ਹੋਈ ਹੈ। ਕਿਉਂ ਵਿਛੜੀ ਹੈ? ਹੰਕਾਰ ਹੈ। ਹੰਕਾਰ ਅੰਦਰ ਹੋਣ ਕਰਕੇ ਮਨਮੁਖ ਦੇ ਅੰਦਰ ਹੰਕਾਰ ਹੁੰਦਾ ਹੈ। ਉਹ ਕਹਿੰਦਾ ਜੋ ਮੇਰੇ ਵਿੱਚ ਗੁਣ ਹੈ ਜਾਂ ਜੋ ਚੀਜ਼ ਮੇਰੇ ਕੋਲ ਹੈ ਮੇਰੇ ਕਾਰਨ ਹੈ, ਉਹ ਮੇਰੇ ਕਾਰਨ ਹੈ, ਇਸ ਕਰਕੇ ਉਹ ਹੰਕਾਰ ਹੈ। ਗੁਰਸਿੱਖ ਜਿਹੜਾ ਹੁੰਦਾ ਹੈ ਉਹ ਕਹਿੰਦਾ ਠੀਕ, ਜੋ ਮੇਰੇ ਕੋਲ ਹੈ ਇਹ ਤਾਂ ਦਾਤੇ ਦਾ ਦਿੱਤਾ ਹੋਇਆ ਹੈ। ਜੇ ਮੇਰੇ 'ਚ ਕੋਈ ਗੁਣ ਹੈ ਇਹ ਤਾਂ ਦਾਤੇ ਨੇ ਪੈਦਾ ਕੀਤੇ। ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਇਓ ਹੀ। ਇਸ ਲਈ ਉਹ ਤਾਂ ਉਹਦੀ ਕਿਰਪਾ ਹੈ। ਉਹਨੂੰ ਬੇਨਤੀ ਕਰਦੇ ਰਹੀਦਾ, ਸੱਚੇ ਪਾਤਸ਼ਾਹ ਆਪ ਜੀ ਨੇ ਇਸ ਪਾਸੇ ਲਾਇਆ, ਹੁਣ ਇਸ ਪਾਸੇ ਲਾਈ ਰੱਖਿਓ। ਵੀ ਬੜਾ ਕਲਯੁੱਗ ਹੈ, ਕਈ ਪ੍ਰਕਾਰ ਦੀਆਂ ਰੁਕਾਵਟਾਂ ਪੈ ਸਕਦੇ ਨੇ, ਆਪ ਨੇ ਜੀ ਨੇ ਕਿਰਪਾ ਦ੍ਰਿਸ਼ਟੀ ਰੱਖਣੀ ਹੈ, ਮੇਰਾ ਮਨ ਡੋਲਣ ਦੇਣਾ, ਇਸ ਪਾਸੇ ਲਾਈ ਰੱਖਣਾ। ਉਹ ਫਿਰ ਹੰਕਾਰ ਦੀ ਠੱਗੀ ਹੋਈ ਰੋਂਦੀ ਪਿੱਟਦੀ ਰਹਿੰਦੀ, ਬਿਲ ਲਾਏ ਰੋਣਾ ਪਿੱਟਣਾ। ਵਿਛੜਿਆਂ ਗੁਰ ਮੇਲ ਸੀ ਹਰ ਰਸ ਨਾਮ ਪਿਆਰ। ਜਿਹੜੇ ਪਰਮਾਤਮਾ ਤੋਂ ਵਿਛੜੇ ਹੋਏ ਨੇ, ਗੁਰੂ ਉਹਨਾਂ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਕਿਵੇਂ ਮਿਲਾਏਗਾ? ਹਰ ਰਸ ਨਾਮ ਪਿਆਰ। ਜਦੋਂ ਮਨੁੱਖ ਹਰੀ ਦਾ ਨਾਮ ਰਸ ਨਾਲ ਪਿਆਰ ਨਾਲ ਲਵੇਗਾ ਨਾਮ। ਕਈ ਵਾਰੀ ਆਪਾਂ ਪਾਠ ਬੜੇ ਪਿਆਰ ਨਾਲ ਕਰਦੇ ਹਾਂ, ਬੜਾ ਰਸ ਲੈ ਲੈ ਕੇ ਪਾਠ ਕਰਦੇ ਹਾਂ। ਜਦੋਂ ਇਸ ਤਰ੍ਹਾਂ ਆਵੇ ਨਾ ਨਾਮ ਭਜਨ ਬੰਦੀ ਰਸ ਆਵੇ, ਪਿਆਰ ਸਹਿਤ ਬੰਦਾ ਜਦੋਂ ਨਾਮ ਜਪਦਾ ਹੈ, ਫਿਰ ਗੁਰੂ ਵਿਛੜਿਆਂ ਹੋਇਆਂ ਨੂੰ ਵੀ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਸਾਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ। ਜਿਉਂ ਭਾਵੈ ਤਿਉਂ ਰਖ ਤੂੰ ਮੈਂ ਤੁਝ ਬਿਨ ਕਵਨ ਪਧਾਰ। ਸਾਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ। ਜਦੋਂ ਹਰੀ ਦੇ ਗੁਣ ਕੋਲ ਹੋਣ, ਨਾਮ ਆਧਾਰ, ਅਤੇ ਜੀਵਨ ਦਾ ਆਧਾਰ ਪਰਮਾਤਮਾ ਦਾ ਹੋਵੇ ਨਾਮ। ਹਰੀ ਵਾਲੇ ਗੁਣ ਕੋਲ ਹੋਣ ਅਤੇ ਨਾਮ ਦਾ ਹੋਵੇ ਓਟ ਆਸਰਾ, ਫਿਰ ਸਾਚ ਸਹਿਜ ਸਦਾ ਰਹਿਣ ਵਾਲੀ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੋਭਾ ਕਣੀ ਅਤੇ ਬਹੁਤ ਆਦਰ ਮਾਣ ਹੁੰਦਾ ਹੈ, ਬਹੁਤ ਵਡਿਆਈ ਹੁੰਦੀ ਹੈ, ਕਿਉਂਕਿ ਕੋਲ ਹਰੀ ਵਾਲੇ ਗੁਣ ਹਨ, ਕੋਲ ਨਾਮ ਹੈ। ਇਸ ਲਈ ਕਹਿੰਦੇ ਸੱਚੀ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਨਾਲੇ ਵਡਿਆਈ ਮਿਲਦੀ ਹੈ। ਕਿਉਂਕਿ ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ ਹੈ, ਗੁਰਬਾਣੀ ਗਰੰਟੀ ਦਿੱਤੀ ਹੋਈ ਹੈ ਕਿ ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ, ਪਰਮਾਤਮਾ ਉਹਦੀ ਵਡਿਆਈ ਕਰਾਉਂਦਾ। ਪਰਮਾਤਮਾ ਬਾਬਾ ਫਰੀਦ ਜੀ ਨੂੰ ਕਹਿੰਦੇ, ਜੇ ਤੂੰ ਮੇਰਾ ਹੋਏ ਰਹੇ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਮੇਰਾ ਬਣ ਕੇ ਰਹੇਗਾ, ਸਾਰਾ ਸੰਸਾਰ ਤੇਰਾ ਬਣਾ ਦਾਂਗਾ। ਇਸ ਲਈ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਤਾਂ ਉਹ ਕਹੇ ਅੱਛਾ ਤੂੰ ਮੇਰੀ ਵਡਿਆਈ ਕਰ, ਲੈ ਮੈਂ ਸੰਸਾਰ ਤੋਂ ਤੇਰੀ ਕਰਾ ਦੇਣਾ। ਕੋਈ ਘਾਟੇ ਬੰਦਾ ਸੌਦਾ ਨਹੀਂ ਹੈ। ਅਤੇ ਬਾਣੀ ਨੂੰ ਧਿਆਨ ਨਾਲ ਪੜ੍ਹਿਓ, ਇਹ 'ਚ ਵਾਅਦੇ ਕੀਤੇ ਹੋਏ ਨੇ, ਅਤੇ ਜੇ ਉਹ ਵਾਅਦਿਆਂ ਨੂੰ ਅਸੀਂ ਧਿਆਨ ਨਾਲ ਪੜ੍ਹ ਲਈਏ ਤਾਂ ਘਾਟੇ ਬੰਦਾ ਸੌਦਾ ਹੀ ਨਹੀਂ ਹੈ। ਉਹ ਕਹਿੰਦਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਦੱਸੋ ਭਟਕਣ ਦੀ ਕੀ ਲੋੜ ਹੈ ਵੀ? ਉਹਦਾ ਨਾਮ ਜਪੀ ਜਾਓ, ਆਪੇ ਕਾਰ ਸਵਾਰ ਦੇਗਾ। ਉਹ ਕੋਈ ਐਸਾ ਬੰਦਾ ਭੇਜ ਦੇਗਾ ਜਿਹੜਾ ਤੁਹਾਡਾ ਕਾਰ ਸਵਾਰ ਦੇਗਾ। ਉਹ ਬੰਦਾ ਹੀ ਐਸਾ ਭੇਜ ਦੇਗਾ। ਇੱਕ ਵਾਰੀ ਸੰਤ ਵਰਿਆਮ ਸਿੰਘ ਜੀ ਮਹਾਰਾਜ, ਕਈ ਸਾਲਾਂ ਦੀ ਗੱਲ, ਡੇਰਾ ਹੋ ਗਿਆ ਵੱਡਾ। ਉਹ ਕਹਿੰਦੇ ਵੀ ਟਰਾਂਸਫਾਰਮਰ ਆਪਾਂ ਡੇਰੇ 'ਚ ਲਵਾ ਲਈਏ। ਉਸ ਵੇਲੇ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ 6 ਮਹੀਨੇ ਕੋਈ ਨਵਾਂ ਟਰਾਂਸਫਾਰਮਰ ਨਹੀਂ ਲਾਉਣਾ। ਉਹਦੇ ਲੋੜ ਸੀ। ਜਿਹੜੇ ਉੱਥੇ ਐਕਸੀਅਨ ਸਨ, ਉਹਨਾਂ ਦੇ ਸ਼ਰਧਾਲੂ ਜਾਂ SDO, ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਬਾਬਾ ਜੀ ਸਰਕਾਰ ਦਾ ਆਰਡਰ ਹੈ ਵੀ 6 ਮਹੀਨੇ ਤੱਕ ਕੋਈ ਨਵਾਂ ਟਰਾਂਸਫਾਰਮਰ ਨਹੀਂ ਲਾਉਣਾ। ਕਹਿੰਦੇ ਅੱਛਾ। ਇੱਕ ਦਿੱਤੀ ਐਪਲੀਕੇਸ਼ਨ। ਅੱਜ ਕੱਲ੍ਹ ਸਰਦਾਰ ਲਖਵੀਰ ਸਿੰਘ ਜੀ ਇਸ ਵੇਲੇ ਇੰਚਾਰਜ ਨੇ ਡੇਰੇ ਦੇ, ਇਹ ਦੂਜੇ ਨੰਬਰ 'ਤੇ ਸਨ। ਨਾਲ ਆਤਮ ਮਾਰਗ ਮੈਗਜ਼ੀਨ ਦਿੱਤਾ, ਉਹਨਾਂ ਨੂੰ ਤੋਰਿਆ ਵੀ ਆ ਲੈ ਜਾ ਅਰਜੀ।
ਪਟਿਆਲੇ ਸਿੱਧੇ ਚੇਅਰਮੈਨ ਨੂੰ ਜਾ ਕੇ ਮਿਲਣਾ ਤੂੰ, ਬਸ ਹੋਰ ਕਿਸੇ ਨੂੰ ਨਹੀਂ ਮਿਲਣਾ। ਬਿਜਲੀ ਬੋਰਡ ਦਾ ਜਿਹੜਾ ਚੇਅਰਮੈਨ ਹੈ ਉਸ ਨੂੰ ਜਾ ਕੇ ਮਿਲਣਾ। ਹੁਣ ਧਿਆਨ ਦੇਣਾ, ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਉਹ ਅਜੇ ਉਤਰੇ ਨੇ ਦਫ਼ਤਰ ਦੇ ਅੱਗੇ ਆਪਣੀ ਕਾਰ 'ਚ, ਪਰਮਾਤਮਾ ਜਾ ਕੇ ਚੇਅਰਮੈਨ ਦੇ ਵਿੱਚ ਬੈਠ ਗਿਆ। ਉਹਨੂੰ ਬਣਾਤਾ ਸਤੋਗੁਣੀ। ਉਹਨੂੰ ਕੀ ਬਣਾਤਾ? ਸਤੋਗੁਣੀ। ਜਦੋਂ ਸਤੋਗੁਣੀ ਬਣਾਤਾ ਤਾਂ ਮਹਾਂਪੁਰਖ ਵੀ ਐਂਟਰ ਕਰ ਗਏ ਅੰਦਰ। ਆਓ ਜੀ ਬਾਬਾ ਜੀ, ਬੈਠੋ ਜੀ, ਬੈਠੋ ਜੀ। ਹਾਂਜੀ। ਅਤੇ ਆਤਮ ਮੈਗਜ਼ੀਨ ਜਿਹੜਾ ਕੁਦਰਤ ਵੀ ਵੇਖਿਆ, ਉਹਨੂੰ ਪਤਾ ਹੋਣਾ। ਕਹਿੰਦਾ ਰਤਵਾੜਾ ਸਾਹਿਬ ਤੋਂ ਆਏ ਹੋ ਚੇਅਰਮੈਨ? ਕਹਿੰਦਾ ਹਾਂਜੀ। ਕਹਿੰਦੇ ਬੈਠੋ। ਉਹ ਲਿਆ ਮੁੰਡਿਆ ਭਾਈ ਚਾਹ ਪਾਣੀ ਲਿਆ, ਦੁੱਧ ਪੀਓਗੇ ਚਾਹ ਪੀਓਗੇ, ਜੋ ਵੀ ਕਿਹਾ। ਚਲੋ ਜੀ, ਹਾਂਜੀ ਕਿਵੇਂ ਦਰਸ਼ਨ ਦਿੱਤੇ ਨੇ ਜੀ? ਉਹ ਕਹਿੰਦੇ ਜੀ ਆਹ ਗੱਲ ਹੈ। ਉਸ ਕਹਿੰਦੇ ਮੈਂ ਉੱਥੇ ਹੀ ਬੈਠਾ ਸੀ ਦਫ਼ਤਰ 'ਚ। ਉਸੇ ਵੇਲੇ ਜਿਹੜਾ ਰਤਵਾੜਾ ਸਾਹਿਬ ਦੇ ਏਰੀਆ ਦਾ ਐਕਸੀਅਨ ਸੀ, ਉਹਨੂੰ ਚੇਅਰਮੈਨ ਕਹਿੰਦਾ ਵੀ ਟਰਾਂਸਫਾਰਮਰ ਲਾਉਣਾ ਡੇਰੇ 'ਚ, ਅਤੇ 7 ਦਿਨ ਦੇ ਵਿੱਚ ਟਰਾਂਸਫਾਰਮਰ ਲਾ ਕੇ ਮੈਨੂੰ ਰਿਪੋਰਟ ਕਰਨੀ ਹੈ। ਜਦੋਂ ਅਫਸਰ ਆਏਗਾ ਮੈਨੂੰ ਰਿਪੋਰਟ ਕਰਨੀ ਹੈ ਤਾਂ ਬਸ ਫਿਰ ਕਹਿੰਦੇ ਬਾਬਾ ਜੀ ਤੁਸੀਂ ਜਾਓ, ਆਹ ਮੇਰਾ ਨੰਬਰ ਲੈ ਜਾਓ। ਜੇ 7 ਦਿਨ ਦੇ ਵਿੱਚ ਟਰਾਂਸਫਾਰਮਰ ਨਾ ਲੱਗਾ ਤੁਸੀਂ ਆਉਣਾ ਨਹੀਂ ਹੈ, ਇਹ ਮੇਰੇ ਨੰਬਰ 'ਤੇ ਮੈਨੂੰ ਟੈਲੀਫੋਨ ਕਰ ਦੇਣਾ। ਉੱਥੇ ਤਾਂ ਰਾਤ ਨੂੰ ਕੰਮ ਸ਼ੁਰੂ ਹੋ ਗਿਆ। 7 ਦਿਨ ਕਿੱਥੇ, ਦਿਨ ਰਾਤ ਲਾ ਕੇ 3 ਦਿਨ ਸਾਰਾ ਕੰਮ ਨਿਬੇੜਤਾ। ਹਾਂਜੀ, ਬਾਬਾ ਜੀ ਨੇ ਧੰਨਵਾਦ ਕਰਤਾ ਵੀ ਹਾਂਜੀ ਤੁਹਾਡੇ ਬੰਦੇ ਜਿਹੜੇ ਨੇ ਉਹ ਲਾ ਗਏ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਹਾਲਾਂਕਿ 6 ਮਹੀਨਿਆਂ ਲਈ ਸਰਕਾਰ ਦਾ ਹੁਕਮ ਸੀ ਕਿਸੇ ਦਾ ਕੋਈ ਟਰਾਂਸਫਾਰਮਰ ਨਹੀਂ ਲਾਉਣਾ, ਪਰ ਗੁਰਬਾਣੀ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਇਸ ਤਰ੍ਹਾਂ ਸਵਾਰਦਾ ਉਹ। ਸਵਾਰਨਾ ਨੇ ਬੰਦਿਆਂ ਦੇ ਰਾਹੀਂ ਹੁੰਦਾ ਹੈ। ਦੇਖੋ, ਜੇ ਉਹਨੇ ਤੁਹਾਨੂੰ ਅਮੀਰ ਕਰਨਾ, ਉੱਪਰੋਂ ਕੋਈ ਪੈਸਾ ਨਹੀਂ ਡਿੱਗਣਾ, ਕੋਈ ਥੈਲਾ ਕੋਈ ਬੋਰੀ ਨੋਟਾਂ ਦੀ ਨਹੀਂ ਡਿੱਗਣੀ। ਤੁਸੀਂ ਜੋ ਕੁਛ ਵੀ ਕਰਦੇ ਹੋ ਉਸ ਦੇ ਵਿੱਚ ਉਹਨੇ ਬਰਕਤ ਪਾ ਦੇਣੀ। ਬਸ ਉਹਨੇ ਕਾਰੋਬਾਰ ਤੁਹਾਡੇ ਵਾਧਾ ਕਰ ਦੇਣਾ ਹੈ, ਬਰਕਤ ਪਾ ਜੇ ਫਜ਼ੂਲ ਦਾ ਖਰਚਾ ਉਹਦਾ ਸੀ ਉਹ ਹਟਾ ਦੇਣਾ ਹੈ। ਇੱਕ ਬੀਵੀ ਮੇਰੇ ਕੋਲ ਆ ਗਈ ਪਿਛਲੇ ਸਾਲ ਦੀ ਗੱਲ, ਕਹਿੰਦੇ ਬਾਬਾ ਜੀ ਸਾਡੇ ਕਾਰਖਾਨੇ ਨੇ ਜੀ, ਬਹੁਤ ਆਮਦਨ ਐਵੇਂ ਕਹੀਏ ਜੀ, ਬਹੁਤ ਆਮਦਨ, ਲੱਖਾਂ 'ਚ ਆਮਦਨ ਹੈ ਸਾਨੂੰ, ਪਰ ਬਰਕਤ ਨਹੀਂ ਹੈ। ਮੈਂ ਬੀਬੀ ਜੀ ਇੱਕ ਤਾਂ ਪਾਠ ਕਰਿਆ ਕਰੋ, ਇੱਕ ਕੋਈ ਵਿੱਚ ਪੁੰਨਦਾਨ ਕਰੋ। ਪੁੰਨਦਾਨ ਨਹੀਂ ਤੁਸੀਂ ਕਰਦੇ? ਕਹਿੰਦੇ ਨਾ ਜੀ ਕਦੇ ਨਹੀਂ। ਕਹਿੰਦੇ ਇੱਕਦਮ ਤੁਹਾਡੀ ਮਰਜ਼ੀ ਹੈ ਮੰਦਰ 'ਚ ਦਿਓ, ਤੁਹਾਡੀ ਮਰਜ਼ੀ ਗੁਰਦੁਆਰੇ ਦਿਓ, ਤੁਹਾਡੀ ਮਰਜ਼ੀ ਗਰੀਬਾਂ ਨੂੰ ਦਿਓ। ਪੁੰਨਦਾਨ ਕਰੋ ਅਤੇ ਨਾਲ ਆਹ ਮੂਲ ਮੰਤਰ ਦਾ ਪਾਠ ਹੈ, ਇਹ ਪਾਠ ਕਰੋ। 40 ਦਿਨਾਂ ਬਾਅਦ ਮੈਨੂੰ ਦੱਸਿਓ, ਬਰਕਤ ਸ਼ੁਰੂ ਹੋ ਜਾਏਗੀ। ਹੋਵੇ ਕਿਵੇਂ ਨਾ। ਸੋ ਇਹ ਭਜਨ ਬੰਦਗੀ ਹੈ, ਇਹ ਐਵੇਂ ਨਹੀਂ ਜਾਂਦੀ ਹੈਗੀ। ਭਜਨ ਬੰਦਗੀ ਨੇ ਹਰ ਕਰਮ ਨੇ ਆਪਣਾ ਫਲ ਦੇਣਾ। ਤੁਸੀਂ ਕੋਈ ਵੀ ਕਰਮ ਕਰ ਰਹੇ ਹੋ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ। ਭਜਨ ਬੰਦਗੀ ਵੀ ਇੱਕ ਕਰਮ ਹੈ, ਇਹਦਾ ਫਲ ਮਿਲਣਾ ਹੈਗਾ। ਇਹ ਐਵੇਂ ਨਹੀਂ ਜਾਂਦੀ। ਤੁਸੀਂ ਇੱਕ ਵਾਰੀ ਵਾਹਿਗੁਰੂ ਕਹਿਣਾ, ਉਹ ਵੀ ਉੱਥੇ ਲਿਖਿਆ ਗਿਆ ਵੀ ਫਲਾਣੀ ਬੀਬੀ ਨੇ ਜਾਂ ਫਲਾਣੇ ਭਾਈ ਨੇ ਇੱਕ ਵਾਰ ਫਲਾਣੇ ਦਿਨ ਵਾਹਿਗੁਰੂ ਕਿਹਾ, ਉਹ ਵੀ ਉੱਥੇ ਲਿਖਿਆ, ਉਹਦਾ ਵੀ ਫਲ, ਇੱਕ ਵਾਰ ਦਾ ਵੀ ਫਲ ਮਿਲਣਾ। ਕਰਮੀ ਕਰਮੀ ਹੋਏ ਵਿਚਾਰ, ਹਰ ਇੱਕ ਕਰਮ ਦੀ ਵਿਚਾਰ ਹੋਣੀ, ਚੰਗਾ ਮੰਦਾ ਜੋ ਅਸੀਂ ਕੀਤਾ ਹੈ। ਇਸ ਲਈ ਜਿੰਨਾ ਵੀ ਸਮਾਂ ਮਿਲੇ ਬਿਲਕੁਲ ਵਿਅਰਥ ਨਹੀਂ ਗਾਉਣਾ। ਕਿਸੇ ਨੂੰ ਕੋਈ ਗਰੰਟੀ ਨਹੀਂ ਕਿ ਉਹਨੇ ਕਿੰਨਾ ਸਮਾਂ ਹੋਰ ਜਿਉਣਾ। ਸਾਡੇ 'ਚ ਕੋਈ ਦਾਅਵੇ ਨਾਲ ਨਹੀਂ ਕਹਦਾ ਮੈਂ 10 ਸਾਲ ਜਿਵੇਂ ਜਾਂ 15 ਸਾਲ ਜਿਵਾਂਗਾ। ਹਮ ਆਦਮੀ ਹਾਂ ਇੱਕਦਮੀ, ਦਮ ਸਾਹ ਨੂੰ ਕਹਿੰਦੇ ਨੇ। ਸਵਾਸ ਆ ਗਿਆ ਤਾਂ ਜਿਉਣੇ ਆ, ਨਹੀਂ ਆਇਆ ਤੇ ਖਤਮ। ਇਸ ਲਈ ਕੋਈ ਪਤਾ ਨਹੀਂ ਕਿਸ ਵੇਲੇ ਸੁਨੇਹਾ ਉੱਪਰੋਂ ਆ ਜਾਏ। ਜਿੰਨਾ ਸਮਾਂ ਮਿਲਿਆ ਹੈ ਠੀਕ ਹੈ, ਆਪਣੀ ਕਿਰਤ ਕਰੋ। ਸਿੱਖ ਧਰਮ ਕਿਰਤ ਬੰਦ ਕਰਕੇ ਨਾਮ ਜਪਣ ਨੂੰ ਨਹੀਂ ਕਹਿੰਦਾ, ਉਹ ਕਹਿੰਦੇ ਆਪਣੀ ਕਿਰਤ ਕਰੋ। ਬਾਕੀ ਜਿਹੜਾ ਸਮਾਂ ਮਿਲੇ ਉਹ ਵੱਧ ਤੋਂ ਵੱਧ ਉਸ ਭਜਨ ਬੰਦਗੀ ਕਰੋ। ਜਿਉਂ ਭਾਵੈ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਨ ਪਧਾਰ। ਪਧਾਰ ਕਹਿੰਦੇ ਪਤੀ। ਹੇ ਪਰਮਾਤਮਾ ਪਤੀ, ਤੇਰੇ ਤੋਂ ਮੇਰਾ ਬਿਨਾਂ ਮੇਰਾ ਕੌਣ ਹੈ। ਇਸ ਲਈ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਤੂੰ ਮੈਨੂੰ ਰੱਖ। ਜਿਸ ਹਾਲਤ ਵਿੱਚ ਤੂੰ ਰੱਖਣਾ ਚਾਹੁੰਦਾ ਮੈਨੂੰ ਉਸੇ ਹਾਲਤ 'ਚ ਰੱਖ ਲੈ, ਕਿਉਂਕਿ ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਅੱਖਰ ਪੜ੍ਹ ਪੜ੍ਹ ਭੁੱਲੀਏ,
ਭੇਖੀ ਬਹੁਤ ਅਭਿਮਾਨ। ਭੇਖੀ ਖੱਖੇ ਨੂੰ ਬਿਹਾਰੀ ਬਿੰਦੀ। ਜਿਹਦਾ ਬਿੰਦੀ ਲਾਉਂਦੇ ਨਾ ਗੁਰਬਾਣੀ 'ਚ, ਉਹ ਫਿਰ ਬਹੁ ਵਚਨ ਹੋ ਜਾਂਦੇ। ਜਿਵੇਂ ਸੰਤੀ, ਸੰਤਾਂ ਨੇ, ਭੇਖੀ, ਭੇਖਾਂ ਨਾਲ। ਇਸ ਤਰ੍ਹਾਂ ਅੱਖਰ ਪੜ੍ਹ ਪੜ੍ਹ ਭੁੱਲੀਐ, ਭੇਖੀ ਬਹੁਤ ਅਭਿਮਾਨ। ਤੀਰਥ ਨਾਤਾ, ਜੇ ਪੜ੍ਹੋਗੇ ਨਾਤਾ, ਉਹ ਤਾਂ ਹੈਗਾ ਰਿਸ਼ਤਾ। ਇਹ ਅਸੀਂ ਦੇਖਣਾ ਪੜ੍ਹਨ ਵੇਲੇ ਵੀ ਇੱਥੇ ਅਰਥ ਕੀ ਹੈ, ਕੀ ਰਿਸ਼ਤਾ ਹੈ। ਫਿਰ ਪੜ੍ਹਨਾ ਨਾਤਾ। ਜੇ ਇਸ਼ਨਾਨ ਹੈ ਫਿਰ ਜ਼ੋਰ ਲਾ ਕੇ ਪੜ੍ਹਨਾ ਨਾਤਾ। ਫਿਰ ਨੰਨੇ ਦੇ ਪੈਰ 'ਚ ਅੱਧਾ ਹਾਹਾ ਲਾ ਕੇ ਪੜ੍ਹਨਾ। ਤੀਰਥ ਆ ਗਿਆ, ਤੀਰਥ ਦਾ ਸੰਬੰਧ ਪਾਣੀ ਨਾਲ ਹੈ, ਅਤੇ ਪਾਣੀ ਦਾ ਸੰਬੰਧ ਇਸ਼ਨਾਨ ਨਾਲ ਹੈ। ਸਿੱਧਾ ਹਿਸਾਬ ਹੈ। ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਅੱਖਰ ਪੜ੍ਹ ਪੜ੍ਹ ਭੁੱਲੀਏ। ਕਈ ਬਹੁਤ ਕਿਤਾਬਾਂ ਪੜ੍ਹਦੇ ਨੇ, ਉਹ ਕਿਤਾਬਾਂ ਪੜ੍ਹ ਪੜ੍ਹ ਕੇ ਉਹਨਾਂ ਨੂੰ ਹੋ ਜਾਂਦਾ ਗਿਆਨ। ਉਹ ਗਿਆਨ ਦੇ ਹਉਮੈ 'ਚ ਆ ਕੇ ਰੱਬ ਨੂੰ ਭੁੱਲ ਜਾਂਦੇ ਨੇ। ਪੜ੍ਹਿਆ, ਬਹੁਤ ਪੜ੍ਹਿਆ, ਜੇਤਾ ਪੜ੍ਹਿਆ, ਹਾਂ ਇਹ ਜੇਤਾ ਭਵਿਆ ਤੇ ਤੋ ਲਵਿਆ। ਹਾਂ, ਮੈਂ ਜੀ ਫਲਾਣੇ ਦੇਸ਼ ਵੀ ਗਿਆ ਸੀ, ਮੈਂ 10 ਵਾਰੀ ਹੇਮਕੁੰਟ ਵੀ ਗਿਆ ਸੀ ਜੀ, ਮੈਂ 5 ਵਾਰੀ ਹਜ਼ੂਰ ਸਾਹਿਬ ਗਿਆ ਜੀ, ਮੈਂ 10 ਵਾਰੀ ਪਟਨਾ ਸਾਹਿਬ ਗਿਆ ਜੀ, ਮੈਂ ਹਰ ਸੰਗਰਾਂਦ ਨੂੰ ਪੈਦਲ ਜਾਂਦਾ ਜੀ ਫਲਾਣੇ ਥਾਂ 'ਤੇ ਜੀ, ਮੈਂ ਹਰ ਸੰਗਰਾਂਦ ਨੂੰ ਹਰਿਮੰਦਰ ਸਾਹਿਬ ਜਾਂਦਾ ਜੀ। ਜਿੰਨਾ ਭਵਦਾ ਉਹਨਾਂ ਜ਼ਿਆਦਾ ਬੋਲਦਾ। ਉਹਨੂੰ ਇਸੇ ਗੱਲ ਦਾ ਹੀ ਹੰਕਾਰ ਹੋ ਜਾਂਦਾ। ਕਿਤੇ ਮੇਰੇ ਵਰਗੇ ਕਿ ਮੈਂ ਤਾਂ ਜੀ ਇੱਕੋ ਵਾਰੀ ਹੇਮਕੁੰਟ ਸਾਹਿਬ ਗਿਆ, ਸਿਰਫ ਮੈਂ ਤਾਂ ਜੀ ਹਰ ਸਾਲ ਜਾਂਦਾ। ਉੱਥੋਂ ਪਤਾ ਲੱਗਦਾ ਵੀ ਅੰਦਰ ਸੂਖਸ਼ਮ ਹਉਮੈ ਬੋਲਦੀ ਹੈ। ਅੰਦਰ ਸੂਖਸ਼ਮ ਜਿਹੜਾ ਬੋਲ ਰਿਹਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਕਿ ਉਹ ਹਉਮੈ 'ਚ ਬੋਲ ਰਿਹਾ ਹੈ। ਦੂਜੇ ਨੂੰ ਪਤਾ ਲੱਗਦਾ ਕਿ ਇਹਦੇ ਅੰਦਰ ਸੂਖਸ਼ਮ ਹਉਮੈ ਹੈ। ਜਿਹੜੀ ਹਉਮੈ ਹੈ ਨਾ, ਅਭਿਮਾਨ ਕਿਹਾ ਹੈ। ਪੜ੍ਹ ਪੜ੍ਹ ਕੇ ਵੀ ਹੰਕਾਰ ਹੋ ਜਾਂਦਾ ਹੈ। ਭੇਖੀ, ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਭੇਖ ਬਣਾਉਣ ਨਾਲ ਵੀ ਅਭਿਮਾਨ ਹੁੰਦਾ ਹੈ। ਮੈਂ ਜੋਗੀ ਹਾਂ ਜੀ, ਮੈਂ ਸਾਧ ਹਾਂ ਜੀ, ਮੈਂ ਫਲਾਣਾ ਹਾਂ ਜੀ, ਉਹ ਜਿਹੇ ਕੱਪੜੇ ਪਾਏ ਹੋਏ ਨੇ ਜੀ, ਉਹ ਜਿਹੇ ਕੱਪੜੇ ਪਾਏ ਹੋਏ ਨੇ, ਉਹ ਵੀ ਹੰਕਾਰ ਪੈਦਾ ਕਰ ਦਿੰਦੇ। ਹਾਂਜੀ, ਅਤੇ ਜੇ ਮੇਰੇ ਬਾਰੇ ਕਿਸੇ ਦੇ ਕਹਿੰਦਾ ਮਹਾਰਾਜ ਜੀ ਤੁਸੀਂ ਤਾਂ ਪਹੁੰਚੇ ਹੋਏ ਸੰਤ ਮਹਾਤਮਾ ਜੀ, ਹਾਂਜੀ ਕਿਆ ਬਾਤ ਹੈ ਬਾਬਾ ਜੀ ਤੁਹਾਡੀ, ਅਤੇ ਬਾਬੇ ਨੂੰ ਪਤਾ ਹੈਗਾ। ਪਰ ਇਹ ਨਾ ਵਡਿਆਈ ਐਸੀ ਚੀਜ਼ ਹੈ ਜਿਹੜੀ ਅਸਲੀਅਤ ਨੂੰ ਭੁਲਾਉਂਦੀ ਕਈ ਵਾਰੀ। ਅਤੇ ਬਾਬਾ ਖੁਸ਼ ਹੋਣ ਲੱਗ ਜੇ, ਬਸ ਗਿਆ ਕੰਮ। ਜਿੰਨੀ ਕਮਾਈ ਸੀ ਨਾ, ਉਹ 2-4 ਮਹੀਨੇ ਮੁੱਕ ਜਾਣੀ, ਉਹ ਮੁੱਕ ਜਾਣੀ। ਝੂਠੀ ਪ੍ਰਸ਼ੰਸਾ 'ਤੇ ਤੂੰ ਖੁਸ਼ ਹੋ ਰਿਹਾ ਹੈ। ਪ੍ਰਸ਼ੰਸਾ ਕਰਨ ਵਾਲੇ ਬਹੁਤੇ ਲੋਕ ਆਮ ਤਾਂ 99% ਝੂਠੇ ਹੁੰਦੇ ਨੇ। ਉਹ ਝੂਠੀ ਪ੍ਰਸ਼ੰਸਾ ਕਰਕੇ ਆਪਣਾ ਕੰਮ ਤੁਹਾਡੇ ਤੋਂ ਕਢਾ ਕੇ ਲੈ ਜਾਣਗੇ। ਆਮ ਕਹਾਵਤ ਹੈ, ਅਫਸਰ ਕੰਨਾਂ ਦਾ ਕੱਚਾ ਹੁੰਦਾ ਹੈ ਅਤੇ ਬਾਬੇ ਪੈਰਾਂ ਦੇ ਕੱਚੇ ਹੁੰਦੇ ਨੇ। ਬਸ ਚਰਨ ਫੜ ਲਓ, ਬਾਬਾ ਜੀ ਤੁਹਾਡੇ ਬਿਨਾਂ ਮੇਰਾ ਕੋਈ ਹੈ ਹੀ ਨਹੀਂ ਜੀ, ਕਿਰਪਾ ਕਰੋ ਜੀ, ਬਸ। ਉਹ ਫਿਰ ਆ ਜਾਂਦੇ, ਚੰਗਾ ਭਾਈ ਕਰ ਦਿੰਦੇ। ਅਤੇ ਅਫਸਰ ਦੀ ਚੁਗਲੀ ਕਰੋ ਜਾ ਕੇ ਜੀ। ਕਈ ਲੋਕ ਦੇਖੇ, ਮੈਂ ਕਹਿੰਦੇ ਇਹ ਫਲਾਣਾ ਚਮਚਾ ਹੈ ਜੀ। ਸਿੱਧਾ ਚੁਗਲਖੋਰ ਤਾਂ ਨਹੀਂ ਕਹਿੰਦੇ, ਇਹ ਕਹਿਣਗੇ ਇਹ ਫਲਾਣੇ ਦੀ ਚਮਚੀ ਹੈ, ਇਹ ਫਲਾਣੇ ਦਾ ਚਮਚਾ ਹੈ। ਜਿਹੜੇ ਸਰਵਿਸ ਕਰਦੇ ਰਹੇ ਉਹਨਾਂ ਨੂੰ ਇਹਨਾਂ ਸ਼ਬਦਾਂ ਦਾ ਪਤਾ, ਉਹਦਾ ਦੂਜਿਆਂ ਨੂੰ ਨਾ ਪਤਾ ਹੋਵੇ ਵੀ ਇਹ ਕੀ ਹੁੰਦਾ ਹੈਗਾ। ਹਾਂਜੀ, ਖੈਰ ਗੁਰੂ ਮਹਾਰਾਜ ਕਹਿੰਦੇ ਅੱਖਰ ਪੜ੍ਹ ਪੜ੍ਹ ਭੁੱਲੀਐ, ਭੇਖੀ ਬਹੁਤ ਅਭਿਮਾਨ। ਭੇਖ ਧਾਰਨ ਕਰਨ ਵਾਲੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ, ਅਤੇ ਬਹੁਤਾ ਪੜ੍ਹ ਪੜ੍ਹ ਕੇ ਵੀ ਕਈ ਵਾਰ ਰੱਬ ਨੂੰ ਬੰਦਾ ਭੁੱਲ ਜਾਂਦਾ ਹੈ। ਕਿਉਂ? ਉਹਨੂੰ ਗਿਆਨ ਦਾ ਹੀ ਹੰਕਾਰ ਹੋ ਜਾਂਦਾ ਵੀ ਮੈਨੂੰ ਬਹੁਤ ਗਿਆਨ ਹੈ, ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਨੇ। ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲ ਗੁਮਾਨ। ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਹੈ, ਅਤੇ ਤੀਰਥਾਂ ਦੇ ਨਹਾ ਕੇ ਜਾ ਕੀ ਕਰੇਗਾ? ਤੀਰਥ 'ਤੇ ਜਾ ਕੇ ਨਹਾਏਗਾ ਅਤੇ ਬਾਹਰਲੀ ਮੈਲ ਉਤਰੇਗੀ। ਅੰਦਰ ਹੰਕਾਰ ਦੀ ਮੈਲ ਹੈ, ਉਹ ਉਤਰਨੀ ਕੋਈ ਨਹੀਂ। ਅਤੇ ਤੀਰਥ ਜਾ ਕੇ ਨਹਾਉਣ ਦਾ ਫਾਇਦਾ ਕਿਆ ਹੈ? ਅੱਜ ਤੁਸੀਂ ਤਮਾਸ਼ਾ ਦੇਖਿਓ,
1 ਮਈ ਨੂੰ 400 ਸਾਲਾ ਪ੍ਰਕਾਸ਼ ਦਿਵਸ ਆ ਰਿਹਾ ਨਾ। ਬੜਾ ਖਰਚਾ ਹੋਏਗਾ, ਬੜੇ ਜਲਸੇ ਜਲੂਸ ਹੋਣਗੇ, ਕਰੋੜਾਂ ਰੁਪਈਏ ਸਰਕਾਰ ਦੇ, ਸ਼੍ਰੋਮਣੀ ਕਮੇਟੀ ਦੇ ਖਰਚ ਹੋ ਜਾਣਗੇ। 1 ਮਈ ਤੋਂ ਪਹਿਲਾਂ 30 ਅਪ੍ਰੈਲ ਆਉਂਦੇ ਨਾ। ਜਿਹੜਾ 30 ਅਪ੍ਰੈਲ ਨੂੰ ਰਿਸ਼ਵਤ ਲੈਂਦਾ ਨਾ, ਉਹ 2 ਮਈ ਨੂੰ ਵੀ ਲਵੇਗਾ। ਜਿਹੜਾ 30 ਅਪ੍ਰੈਲ ਨੂੰ ਮਿਲਾਵਟ ਕਰ ਰਿਹਾ ਸੀ, ਉਹ 2 ਮਈ ਨੂੰ ਵੀ ਕਰੇਗਾ। ਜਿਹੜਾ 30 ਅਪ੍ਰੈਲ ਨੂੰ ਸ਼ਰਾਬ ਪੀ ਰਿਹਾ ਸੀ, 2 ਮਈ ਨੂੰ ਵੀ ਪੀਵੇਗਾ। ਫਿਰ ਫਾਇਦਾ ਕਿਆ ਇੰਨਾ ਖਰਚਾ ਕਰਨ ਦਾ? ਉਂਜੀ ਲੱਗੇ ਰਾਜ ਮਹੀਨੇ ਬਦੇ ਲੰਗਰ ਲਾਓ, ਤਿਆ ਘੱਟ ਕਰੋ, ਫਲਾਣਾ ਕਰੋ। ਆਊਟਪੁੱਟ ਕੋਈ ਹੈ ਨਹੀਂ, ਆਊਟਪੁੱਟ ਹੈ ਹੀ ਨਹੀਂ ਕੋਈ। ਬੰਦਾ ਜਿੱਥੇ ਖੜਾ ਉੱਥੇ ਹੀ ਖੜਾ। ਹਾਂ, ਸਵਾਦ ਤਾਂ ਹੈ ਬਈ 30 ਅਪ੍ਰੈਲ ਨੂੰ ਸ਼ਰਾਬ ਪੀਤੀ, ਫਿਰ 1 ਤਰੀਕ ਨੂੰ ਛੱਡਤੀ, ਬਸ ਅੱਜ ਗੁਰੂ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਹੈ, ਮੈਂ ਅੱਗੇ ਤੋਂ ਛੱਡੀ। ਫਿਰ ਤਾਂ ਕੋਈ ਗੱਲ ਹੈ। 30 ਅਪ੍ਰੈਲ ਨੂੰ ਰਿਸ਼ਵਤ ਲੈਂਦਾ ਸੀ, 1 ਮਈ ਨੂੰ ਛੱਡਤੀ। 30 ਅਪ੍ਰੈਲ ਨੂੰ ਮਿਲਾਵਟ ਕਰਦਾ ਸੀ, 1 ਮਈ ਨੂੰ ਛੱਡਤੀ। 30 ਅਪ੍ਰੈਲ ਨੂੰ ਸ਼ਰਾਬ ਪੀਂਦਾ ਸੀ, 1 ਮਈ ਨੂੰ ਛੱਡਤੀ। ਫਿਰ ਤਾਂ ਹੈ ਗੱਲ। ਅਤੇ ਨਹੀਂ ਤਾਂ ਐਵੇਂ ਬਸ ਵਿਖਾਵਾ ਹੈ, ਜਿੰਨਾ ਮਰਜ਼ੀ ਕਰ ਲਿਓ। ਜੋ ਗੁਰੂ ਨਾਨਕ ਦੇਵ ਮਨਾਇਆ ਸੀ 550, ਉਦੋਂ ਮੈਂ ਕਥਾ 'ਚ ਗਿਆ ਸੀ। ਕਰੋੜਾਂ ਰੁਪਈਏ ਪੰਜਾਬ ਸਰਕਾਰ ਦਾ ਖਰਚਾ ਗਿਆ। ਸ਼੍ਰੋਮਣੀ ਕਮੇਟੀ ਨੇ ਟੈਂਟ ਲਾ, ਕਿੰਨਾ ਖਰਚਾ ਹੋਇਆ। ਇਹ ਬੰਦਾ ਜਿੱਥੇ ਦਾ ਸੀ ਨਾ, ਉੱਥੇ ਹੀ ਖੜਾ ਸੀ। 11 ਨਵੰਬਰ ਨੂੰ ਇਹ ਸੀ, 13 ਨਵੰਬਰ ਨੂੰ ਵੀ ਉਹੀ ਸੀ। ਜੇ ਮੰਨ ਲਓ 1000 ਮਗਰ ਇੱਕ ਚੇਂਜ ਵੀ ਹੋ ਗਿਆ ਤਾਂ ਉਹ ਕਿੰਨੀ ਕੁ ਆਊਟਪੁੱਟ ਹੈ? ਇਕਨੋਮਿਕਸ ਦਾ ਪਹਿਲਾ ਅਸੂਲ ਹੈ, ਪੈਸਾ ਉੱਥੇ ਲਾਓ ਜਿੱਥੇ ਰਿਟਰਨ ਆਵੇ। ਜੇ ਰਿਟਰਨ ਹੀ ਨਹੀਂ ਆਉਣੀ ਤਾਂ ਪੈਸਾ ਲਾਉਣ ਦਾ ਕਿਆ ਫਾਇਦਾ ਹੈ? ਇਕਨੋਮਿਕਸ ਤਾਂ ਮੈਂ 2 ਸਾਲ ਹੀ ਪੜ੍ਹੀ, ਫਿਰ ਮੈਂ ਸਬਜੈਕਟ ਚੇਂਜ ਕਰ ਲਿਆ ਕਿ ਮੈਂ ਪਿੰਡ 'ਚ ਲੱਗਾ ਸੀ, ਉੱਥੇ ਪੜ੍ਹਾਉਣ ਵਾਲਾ ਕੋਈ ਨਹੀਂ ਸੀ। 11ਵੀਂ 12ਵੀਂ ਉਦੋਂ ਬਾਅਦ ਫਿਰ 3 ਸਾਲ ਦੀ BA ਹੁੰਦੀ ਸੀ, ਫਿਰ ਉਦੋਂ ਮੈਂ ਜਾ ਕੇ ਸਬਜੈਕਟ ਬਦਲੇ। ਪਰ ਮੈਂ 2 ਸਾਲ ਬੜੇ ਪਿਆਰ ਨਾਲ, ਮੈਨੂੰ ਬਹੁਤ ਹੀ ਆਨੰਦ ਆਉਂਦਾ ਸੀ ਇਕਨੋਮਿਕਸ ਪੜ੍ਹ ਕੇ। ਮੈਂ ਕਿਆ ਬਾਤ ਹੈ। ਇਕਨੋਮਿਕਸ ਇਹ ਵੀ ਕਹਿੰਦੀ ਸੀ ਕਾਪੀ ਦੇ ਉੱਪਰ ਖਾਲੀ ਥਾਂ ਹੁੰਦਾ 1 ਇੰਚ ਲਾਈਨ, ਉਹ ਵੀ ਵਰਤੋ, ਕਿਉਂ ਛੱਡਦੇ ਹੋ ਮੈਨੂੰ? ਉਹਨੂੰ ਐਵੇਂ ਕਿਉਂ ਕਿਉਂ ਕਾਗਜ਼ ਖਰਾਬ ਕਰਦੇ ਹੋ? ਉਹਨੂੰ ਵੀ ਵਰਤੋ, ਉਹਨੂੰ ਵਰਤੋ। ਬਾਣੀਏ ਤਾਂ ਮੈਂ ਸੀ, ਅਤੇ 2 ਸਾਲ ਦੀ ਇਕਨੋਮਿਕਸ ਨੇ ਮੈਨੂੰ ਹੋਰ ਬਾਣੀਏ ਬਣਾਤਾ, ਪੱਕਾ ਕਰਤਾ ਵੀ ਹਾਂ ਇਹ ਹੈ ਵੀ ਇਕਨੋਮਿਕਸ ਵਾਲੇ ਸੋਚ ਵਾਕਈ ਬਾਣੀਆਂ ਵਾਲੀ ਸੋਚ ਹੁੰਦੀ। ਜਿਹੜਾ ਇਕਨੋਮਿਕਸ ਪੜ੍ਹ ਕੇ ਵੀ ਬਾਣੀਆਂ ਨਹੀਂ ਬਣਦਾ, ਇਸ ਪਰ ਜੈਸਾ ਪੜ੍ਹਿਆ ਜੈਸਾ ਨਾ ਪੜ੍ਹਿਆ, ਫਿਰ ਜੈਸਾ ਪੜ੍ਹਿਆ ਜੈਸਾ ਨਾ ਪੜ੍ਹਿਆ। ਇਕਨੋਮਿਕਸ ਦਾ ਪਹਿਲਾ ਅਸੂਲ ਹੈ, ਉੱਥੇ ਇਨਵੈਸਟ ਕਰੋ ਜਿੱਥੇ ਰਿਟਰਨ ਹੈ। ਮੱਝ ਖਰੀਦੀ ਹੈ, ਠੀਕ ਹੈ, ਠੀਕ ਇਨਵੈਸਟਮੈਂਟ ਹੈ। ਕਿਉਂ? ਆਪ ਹੀ ਦੁੱਧ ਪੀਓਗੇ, ਦੁੱਧ ਵੇਚ ਕੇ ਕਿਸ਼ਤਾਂ ਲਾਹੋਗੇ। ਟਰੈਕਟਰ ਖਰੀਦ ਲੈ, ਉਹਨੂੰ ਬਾਜ਼ਾਰ 'ਚ ਵੇਚ ਕੇ ਕੁੜੀ ਦਾ ਵਿਆਹ ਕਰ ਲੈ, ਉਹ ਤਾਂ ਫਿਰ ਰਿਟਰਨ ਹੀ ਨਹੀਂ ਆਉਣੀ। ਉਹ ਕਰਜ਼ਾ ਕਿਵੇਂ ਉਤਰੇਗਾ ਜੀ? ਉਹ ਤਾਂ ਵੱਧਦਾ ਜਾਏਗਾ। ਫਿਰ ਇੱਕੋ ਹੱਲ ਹੈ ਆਤਮ ਹੱਤਿਆ, ਹੋਰ ਕੋਈ ਹੱਲ ਹੀ ਨਹੀਂ ਹੈ। ਪਰ ਕਹਿੰਦਾ ਬਾਪੂ ਤੂੰ ਤੇ ਮਰ, ਸਾਡਾ ਤਾਂ ਖੜਾ ਛੁੱਟੇ। ਜਿਹੜਾ ਵੀ ਜੱਟ ਆਪ ਖੇਤੀ ਕਰਦਾ ਉਹ ਕਰਜ਼ਾਈ ਹੈ। ਮੇਰਾ 78 ਸਾਲ ਦਾ ਤਜਰਬਾ ਹੈ। ਜਿਹੜਾ ਖੇਤੀ ਨਹੀਂ ਜੱਟ ਕਰਦਾ, ਸਿਰਫ ਉਹੀ ਕਰਜ਼ੇ ਤੋਂ ਬਚਿਆ ਹੋਇਆ ਹੈ। ਆ ਮਾਨ ਸਾਹਿਬ ਜੇ ਆਪ ਖੇਤੀ ਕਰਦੇ, ਜ਼ਰੂਰ ਇਹਨਾਂ ਨੇ ਕਰਜ਼ਾ ਚੱਕਿਆ ਹੋਣਾ ਸੀ। ਹੁਣ ਖੇਤੀ ਨਹੀਂ ਕਰਦੇ, ਆਨੰਦ 'ਚ ਨੇ, ਠੇਕੇ ਦਿੰਦੇ ਨੇ। ਜਿੰਨੇ ਵੀ ਤੁਹਾਡੇ ਜ਼ਮੀਨ ਠੇਕੇ ਦਿੰਦੇ, ਇੱਕ ਨੇ ਵੀ ਕਰਜ਼ਾ ਨਹੀਂ ਦੇਣਾ ਹੈ। ਅਤੇ ਜਿੰਨੇ ਆਪ ਖੇਤੀ ਕਰਦੇ ਸਾਰੇ ਕਰਜ਼ਾਈ ਨੇ। ਕੋਈ 2 ਲੱਖ, ਕੋਈ 5 ਲੱਖ, ਕੋਈ 10 ਲੱਖ, ਕੋਈ 11 ਲੱਖ, ਲੱਖਾਂ 'ਚ ਕਰਜ਼ਾਈ ਨੇ। ਹੁਣ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ। ਇੰਨਾ ਮੇਰੇ ਕੋਲ ਟਾਈਮ ਨਹੀਂ ਕਿ ਮੇਰਾ ਜਿਹੜਾ ਇੱਥੇ ਵਿਸ਼ਾ ਇਕਨੋਮਿਕਸ ਨਹੀਂ ਹੈ, ਪਰ ਮੈਂ ਇਹ ਤੱਤ ਕੱਢਿਆ ਹੋਇਆ ਹੈ। ਇਹ ਤੁਸੀਂ ਬੈਠ ਕੇ ਸੋਚੋ ਵੀ ਅਜਿਹਾ ਕਿਉਂ ਹੈ। ਜਿਹੜਾ ਖੇਤੀ ਕਰਦਾ ਆਪ ਉਹ ਕਰਜ਼ਾਈ ਹੈ, ਜਿਹੜਾ ਠੇਕੇ 'ਤੇ ਦਿੰਦਾ ਹੈ ਉਹਦੇ ਸਿਰ 'ਤੇ ਕੋਈ ਕਰਜ਼ਾ ਨਹੀਂ ਹੈਗਾ। ਕਿਉਂ ਹੈ ਇਹ ਤੁਸੀਂ ਵੀ ਸੋਚ ਲਓ। ਤੁਹਾਡੇ ਕੋਈ ਜੱਟ ਜੁੱਟ ਬੈਠੇ ਹੋਣਗੇ, ਕੁਝ ਪਰਸੈਂਟ ਤਾਂ ਹੋਣਗੇ ਵੀ ਆਖਰਕਾਰ ਅਜਿਹਾ ਕਿਉਂ ਹੈ। ਖੈਰ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਨੂੰ ਨਾ ਕਿਉਂ ਦੀ, ਜੱਟਾਂ ਨੂੰ ਕਿਉਂ ਦੀ ਸਮਝ ਆ ਜਾਏ, ਫਿਰ ਹੋ ਸਕਦਾ ਕੋਈ ਗੱਲ ਬਣ ਜਾਏ। ਸੋ ਗੁਰੂ ਮਹਾਰਾਜ ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਮਨ 'ਚ ਤਾਂ ਹੰਕਾਰ ਦੀ ਮੈਲ ਹੈ,
ਤੀਰਥਾਂ ਦੇ ਨਹਾ ਕੇ ਕੀ ਕਰੇਗਾ? ਉਹਦੇ ਨਾਲ ਮਨ ਦੀ ਮੈਲ ਥੋੜ੍ਹੀ ਲੈਣੀ। ਜੇ ਮਨ ਦੀ ਮੈਲ ਲੈਂਦੀ ਤੇ ਹਰਿਮੰਦਰ ਸਾਹਿਬ ਇੱਕ ਵਾਰੀ ਨਹਾ ਕੇ ਉਹ ਬੱਲੇ ਬੱਲੇ ਹੋ ਜਾਣਾ ਸੀ। ਰੋਜ਼ ਤੇ ਹਜ਼ਾਰਾਂ ਲੋਕ ਨਹਾ ਰਹੇ ਨੇ, ਪੀਣ ਵਾਲਾ ਵੀ ਨਹਾ ਰਿਹਾ, ਬਾਅਦ 'ਚ ਸ਼ਾਮ ਨੂੰ ਆ ਕੇ ਫਿਰ ਪੀ ਰਿਹਾ, ਫਿਰ ਪੀ ਰਿਹਾ। ਰਿਸ਼ਵਤਖੋਰ ਵੀ ਉੱਥੇ ਇਸ਼ਨਾਨ ਕਰ ਰਿਹਾ ਸਰੋਵਰ 'ਚ, ਅਗਲੇ ਰਿਸ਼ਵਤ ਲੈ ਰਿਹਾ, ਕਿਰਪਾਨ ਪਾਈ ਹੈ, ਦੁੱਧ ਪਾਣੀ ਪਾ ਕੇ ਵੇਚ ਰਿਹਾ ਹੈ, ਉੱਥੇ ਨਹਾ ਰਿਹਾ, ਅਗਲੇ ਦਿਨ ਪਾਣੀ ਪਾ ਰਿਹਾ ਹੈ। ਨਹਾਈ ਜਾਓ। ਮਨ ਨੂੰ ਝੂਠੀਆਂ ਤਸੱਲੀਆਂ ਦੇਣ ਨਾਲ ਕੀ ਹੋਏਗਾ? ਇਹ ਝੂਠੀਆਂ ਤਸੱਲੀਆਂ ਦੇਣਾ ਹੈ। ਤੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪਾਪ ਤਾਂ ਉਤ ਜੇ ਮੁੜ ਕੇ ਪਾਪ ਨਾ ਕੀਤਾ ਜਾਵੇ। ਗੁਰਬਾਣੀ ਕਹਿੰਦੇ ਸਿਰਫ ਉਸ ਦਾ ਹੀ ਪਾਪ ਮਾਫ ਹੁੰਦਾ ਜਿਹੜਾ ਮੁੜ ਕੇ ਪਾਪ ਨਾ ਕਰੇ ਅਤੇ ਬਾਕੀ ਸਾਰੀ ਉਮਰ ਨਾਮ ਜਪਦਾ ਰਹੇ, ਤਾਂ ਜੋ ਮਗਰਲੇ ਪਾਪ ਉਹਦੇ ਖਤਮ ਹੋ ਸਕਣ। ਅਤੇ ਜੇ ਮੁੜ ਮੁੜ ਕੇ ਉਹੀ ਕਰਨੇ, ਜੈਸੇ ਨਹਾਓ ਜੈਸੇ ਨਾ ਨਹਾਓ, ਸਾਫ਼ ਲਿਖਿਆ ਬਾਣੀ 'ਚ। ਇਹ ਤਾਂ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ, ਅਸਾਫ਼ ਲਿਖਿਆ ਹੋਇਆ। ਤੀਰਥ ਨਹਾਤਾ ਕਿਆ ਕਰੇ ਮਨ ਮੈਂ ਮੈਲ ਗਮਾਨ। ਮਨ 'ਚ ਹੰਕਾਰ ਦੀ ਮੈਲ ਹੈ, ਨਹਾ ਕੇ ਤੂੰ ਕਹਿੰਦੇ ਕੀ ਕਰੇਂਗਾ ਉੱਥੇ? ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ। ਇਹ ਜਿਹੜਾ ਮਨ ਹੈ ਸਾਡਾ, ਇਹ ਤਾਂ ਰਾਜਾ ਹੈ, ਇਹ ਤਾਂ ਸੁਲਤਾਨ ਹੈ। ਇਹ ਗੁਰੂ ਤੋਂ ਬਿਨਾਂ ਇਸ ਨੂੰ ਨਹੀਂ ਸਮਝਾਇਆ ਜਾ ਸਕਦਾ। ਇਹ ਤਾਂ ਗੁਰੂ ਹੀ ਇਹਨੂੰ ਸਮਝਾਉਂਦਾ, ਇਹ ਤਾਂ ਜਾ ਕੇ ਕੁਝ ਫਿਰ ਠੀਕ ਹੁੰਦਾ। ਅੱਗੇ ਕਹਿੰਦੇ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ। ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ। ਘਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ। ਇੱਕ ਕਰਨਾ ਇਹ ਤਾਂ ਲਿਸ਼ਕ ਪੈਂਦੀ ਹੈ, ਕਲੌਕ ਦਿਸਦਾ ਨਹੀਂ ਹੈਗਾ। ਹੁਣ ਕੋਈ ਠੀਕ ਹੈ। ਪ੍ਰੇਮ ਪਦਾਰਥ ਪਾਈਏ। ਰੱਬੀ ਪਿਆਰ ਨੂੰ ਪਦਾਰਥ ਕਿਹਾ ਹੈ। ਜਿਹੜੇ ਬਹੁਤ ਹੀ ਕੀਮਤੀ ਚੀਜ਼ ਨੇ ਗੁਰਬਾਣੀ 'ਚ ਉਸ ਨੂੰ ਪਦਾਰਥ ਕਿਹਾ ਹੈ। ਪ੍ਰੇਮ ਪਦਾਰਥ ਪਾਈਏ। ਰੱਬੀ ਪਿਆਰ ਜਿਹੜਾ ਹੈ ਇਹ ਬਹੁਤ ਕੀਮਤੀ ਪਦਾਰਥ ਹੈ। ਇਸ ਨੂੰ ਕਿਵੇਂ ਪਾਇਆ ਜਾਵੇ? ਗੁਰਮੁਖ ਤਤ ਵਿਚਾਰ। ਜਦੋਂ ਗੁਰੂ ਵਾਲਾ ਬਣ ਕੇ ਨਾਮ ਜਪੇਗਾ ਨਾ, ਤਤ ਪਰਮਾਤਮਾ ਨੂੰ ਕਹਿੰਦੇ ਨੇ, ਵਿਚਾਰ ਸਿਮਰਨ ਨੂੰ ਕਹਿੰਦੇ ਨੇ। ਜਦੋਂ ਗੁਰਮੁਖ ਬਣ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇ ਨਾ, ਇਹਨੂੰ ਫਿਰ ਪਰਮਾਤਮਾ ਦਾ ਰੱਬੀ ਪਿਆਰ ਪ੍ਰਾਪਤ ਹੋਵੇਗਾ, ਉਸ ਨੂੰ ਪਿਆਰ ਦਾ ਪਦਾਰਥ ਪ੍ਰਾਪਤ ਹੋਵੇਗਾ। ਸਾ ਧਨ, ਸਾ ਮੈਨੇ ਉਹ, ਧਨ ਮੈਨੇ ਜੀਵ ਇਸਤਰੀ। ਇੱਕ ਧਨ ਹੁੰਦਾ ਰੁਪਇਆ ਪੈਸਾ, ਇੱਥੇ ਧਨ ਤੋਂ ਮਤਲਬ ਔਰਤ। ਸਾ ਧਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ। ਜਿਹੜੇ ਜੀਵ ਇਸਤਰੀ ਗੁਰੂ ਦੇ ਦਿੱਤੇ ਸ਼ਬਦ ਨੂੰ ਸ਼ਿੰਗਾਰ ਬਣਾ ਲੈਂਦੀ ਹੈ। ਇੱਕ ਤਾਂ ਤੁਸੀਂ ਹਾਰ ਸ਼ਿੰਗਾਰ ਕਰਦੇ ਹੋ, ਪਰਮਾਤਮਾ ਦਾ ਨਾਮ ਆਪਣੇ ਆਪ 'ਚ ਹੀ ਸ਼ਿੰਗਾਰ ਹੈ। ਸ਼ਿੰਗਾਰ ਕਿਉਂ ਕਰਦੇ ਹਾਂ ਅਸੀਂ? ਵੀ ਦੂਜਿਆਂ ਨੂੰ ਸੋਹਣੇ ਲੱਗੀਏ। ਹਾਰ ਸ਼ਿੰਗਾਰ ਇਸ ਲਈ ਕੀਤਾ ਜਾਂਦਾ ਨਾ, ਵੀ ਦੂਜਿਆਂ ਨੂੰ ਸੋਹਣੇ ਲੱਗੀਏ। ਅਤੇ ਨਾਮ ਜਪਣ ਵਾਲਾ ਉਂਝ ਹੀ ਸੋਹਣਾ ਲੱਗਦਾ ਦੂਜਿਆਂ ਨੂੰ, ਭਾਵੇਂ ਸ਼ਕਲ ਤੋਂ ਸੋਹਣਾ ਨਾ ਹੋਵੇ। ਹਾਰ ਸ਼ਿੰਗਾਰ ਸਿਰਫ ਇਸ ਲਈ ਬੀਬੀਆਂ ਕਰਦੀਆਂ ਕਿ ਅਸੀਂ ਦੂਸਰਿਆਂ ਨੂੰ ਸੋਹਣੀਆਂ ਲੱਗੀਏ। ਗੁਰਬਾਣੀ ਕਹਿੰਦੇ ਪਰਮਾਤਮਾ ਦਾ ਨਾਮ ਹੀ ਜ਼ਬਰਦਸਤ ਹਾਰ ਸ਼ਿੰਗਾਰ ਹੈ, ਜਿਹਦੇ ਮੁਕਾਬਲੇ ਸੰਸਾਰ ਦਾ ਸ਼ਿੰਗਾਰ ਕੋਈ ਕੀਮਤ ਨਹੀਂ ਰੱਖਦਾ। ਪਰਮਾਤਮਾ ਦਾ ਨਾਮ ਹੀ ਅਸਲ 'ਚ ਸ਼ਿੰਗਾਰ ਹੈ। ਜੋ ਸ਼ੋਭਾ ਸ਼ਿੰਗਾਰ ਨੇ ਤੁਹਾਡੀ ਕਰਾਉਣੀ ਹੈ ਨਾ, ਸੋਹਣੇ ਕੱਪੜੇ ਉੱਤੇ ਪਰਮਾਤਮਾ ਦੇ ਨਾਮ ਨਹੀਂ ਕਰਾ ਦੇਣੀ ਹੈ। ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ, ਲੋਕ ਉਹਦੇ ਕੱਪੜੇ ਵੇਖਦੇ ਹੀ ਨਹੀਂ ਹੈਗੇ। ਲੋਕ ਇਹ ਵੀ ਨਹੀਂ ਵੇਖਦੇ ਕਾਲੇ ਰੰਗ ਦਾ ਹੈ, ਲੋਕ ਇਹ ਵੀ ਨਹੀਂ ਵੇਖਦੇ ਲੰਗੋਟੀ 'ਚ ਬੈਠਾ ਹੈ, ਬਾਕੀ ਲੱਤਾਂ ਨੰਗੀਆਂ ਨੇ। ਲੋਕ ਇਹ ਵੀ ਨਹੀਂ ਵੇਖਦੇ ਕਿ ਅਲਫ ਨੰਗਾ ਬੈਠਾ ਹੈ। ਨਹੀਂ, ਉਹਦਾ ਨਾਮ ਸ਼ਿੰਗਾਰ ਹੈ, ਬਸ ਉਹਦੇ ਅੰਦਰ ਨਾਮ ਹੈ। ਇਸ ਕਰਕੇ ਲੋਕ ਦੂਰੋਂ ਦੂਰੋਂ ਉਹਦੇ ਤੱਕ ਜਾਂਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਤਤ ਵਿਚਾਰ। ਗੁਰਮੁਖ ਜਿਹੜਾ ਹੈ, ਜਦੋਂ ਪਰਮਾਤਮਾ ਦਾ ਨਾਮ ਜਪਦਾ ਨਾ, ਉਹਨੂੰ ਫਿਰ ਰੱਬੀ ਪਿਆਰ ਰੂਪੀ ਪਦਾਰਥ ਪ੍ਰਾਪਤ ਹੋ ਜਾਂਦਾ ਹੈ। ਉਹ ਜੀਵ ਇਸਤਰੀ ਜਿਹੜੇ ਗੁਰੂ ਦੇ ਨਾਮ ਨੂੰ, ਗੁਰੂ ਦੇ ਦਿੱਤੇ ਸ਼ਬਦ ਦਾ ਸ਼ਿੰਗਾਰ ਕਰਦੀ ਹੈ ਨਾ, ਆਪ ਗਵਾਇਆ। ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ।
ਕਿਉਂਕਿ ਤੇ ਉਹਦੇ ਨਾਮ ਦਾ ਸ਼ਿੰਗਾਰ ਕਰਦੀ ਹੈ। ਦੂਜਾ ਸ਼ਿੰਗਾਰ ਹਉਮੈ ਪੈਦਾ ਕਰ ਸਕਦਾ ਹੈ। ਕੋਈ ਆ ਕੇ ਕਹਿੰਦੀ, ਹਾਏ ਹਾਏ ਬੀਬੀਏ ਕਿੰਨਾ ਵਧੀਆ ਤੇਰਾ ਸੂਟ ਹੈ, ਇਹ ਕਿੱਥੋਂ ਲਿਆ ਤੂੰ, ਇਹ ਕਿੰਨੇ ਹਜ਼ਾਰ ਦਾ ਲਿਆ? ਅਤੇ ਬੀਬੀ ਫੁੱਲ ਜਾਂਦੀ ਹੈ। ਉਲਟਾ ਸਿਆਪਾ ਖੜਾ ਕਰਤੇ ਉਸ ਸ਼ਿੰਗਾਰ ਅੰਦਰ ਹਉਮੈ ਪੈਦਾ ਕਰਤੀ, ਹਉਮੈ ਪੈਦਾ ਕਰਤੀ। ਅਤੇ ਹਰ ਇੱਕ ਦੀ ਇੱਛਾ ਹੈ। ਬੀਬੀਆਂ ਦੀ ਯਾਦ ਸ਼ਕਤੀ ਇੱਕ ਗੱਲ 'ਚ ਬੜੀ ਤੇਜ਼ ਹੈ ਕਿ ਪਿਛਲੇ ਵਿਆਹ 'ਚ ਕਿਹੜਾ ਸੂਟ ਪਾਇਆ ਸੀ ਅਤੇ ਅਗਲੇ ਵਿਆਹ 'ਚ ਇੱਕ ਬੀਬੀ ਆਪਣੀ ਫੋਰਨ ਚਲੀ ਗਈ, ਉਹ 3 ਫੰਕਸ਼ਨਾਂ 'ਤੇ ਉਹੀ ਸੂਟ ਪਾ ਕੇ ਗਈ। ਇੱਕ ਕਹਿੰਦੀ ਤੈਨੂੰ 3 ਫੰਕਸ਼ਨ ਹੋ ਗਏ ਇਹੀ ਸੂਟ ਪਾਉਂਦੇ ਹੋਏ, ਤੇਰੇ ਕੋਲ ਹੋਰ ਸੂਟ ਹੈ ਨਹੀਂ? ਕਹਿੰਦੇ ਨਾ ਜੀ ਅਸੀਂ ਇੰਡੀਆ ਤੋਂ ਆਏ ਜੇ, ਗਰੀਬ ਆ ਜੀ, ਕੋਈ ਸੂਟ ਨਹੀਂ। ਕਹਿੰਦੇ ਮੈਂ ਨਿਬੇੜਤਾ ਕੰਮ। ਵੀ ਉਹਨੇ ਪੁੱਛਿਆ ਤੁਸੀਂ ਦਾਣੇ ਲੈਣੇ ਨੇ? ਹਾਂ, ਵੀ ਉਹਨੇ 3 ਵਾਰੀ ਸੂਟ। ਤੁਹਾਨੂੰ ਦੱਸੋ ਕੀ ਹੈ? ਆਪਣੀ ਆਪਣੀ ਹਰ ਬੰਦੇ ਦੀ ਸਮਰੱਥਾ ਹੁੰਦੀ ਹੈ। ਇਹ ਥੋੜ੍ਹਾ ਵੀ ਜਿਹੜਾ ਹੈ ਵੀ ਤੁਸੀਂ ਇਸ ਤਰ੍ਹਾਂ ਕਹੀ ਜੋ ਵੀ ਹੈ। ਮੈਂ ਦੇਖੋ, ਮੈਂ ਹੈਰਾਨ ਸੁਣ ਕੇ। ਕਹਿੰਦੇ ਬਾਬਾ ਜੀ ਬਸ ਇੰਨਾ ਯਾਦ ਰੱਖਦੀਆਂ ਨੇ ਇਹ ਵੀ ਤੂੰ ਪਿਛਲੇ ਐਤਵਾਰ ਵੀ ਉੱਥੇ ਐਤਵਾਰ ਨੂੰ ਗੁਰਦੁਆਰੇ ਜਾਂਦੇ ਫੋਰਨ ਕੰਟਰੀ, ਤੈਨੂੰ 3 ਐਤਵਾਰ ਹੋ ਗਏ ਇਹੀ ਸੂਟ ਪਾਉਂਦੀ ਨੂੰ ਹੈ। ਇਹ ਹਾਰ ਸ਼ਿੰਗਾਰ ਹੈ, ਇਹ ਅੰਦਰ ਹਉਮੈ ਪੈਦਾ ਕਰਦਾ ਵੀ ਮੈਂ ਤਾਂ ਹਰ ਐਤਵਾਰ ਨੂੰ ਹੋਰ ਸੂਟ ਪਾ ਕੇ ਆਉਣੀ, ਇਹ ਵਿਚਾਰੀ 3 ਐਤਵਾਰਾਂ 'ਤੇ ਉਹੀ ਸੂਟ ਪਾ ਰਹੀ। ਅੰਦਰ ਹਉਮੈ ਆ ਗਈ ਵੀ ਇਹ ਤਾਂ ਵਿਚਾਰੀ ਗਰੀਬ ਹੈ। ਹਾਂ, ਮੇਰਾ ਕਿਹਾ ਮੇਰੇ ਕੋਲ ਤਾਂ ਬੜੇ ਸੂਟ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕਰਦੇ ਆ ਨਾ ਜੀਵ ਇਸਤਰੀ, ਉਹਦੇ ਅੰਦਰ ਹਉਮੈ ਹੀ ਖਤਮ ਹੋ ਜਾਂਦੀ ਹੈ। ਕਰ ਹੀ ਸੋ ਪਿਰ ਪਾਇਆ। ਹੁਣ ਜਦੋਂ ਅੰਦਰੋਂ ਹਉਮੈ ਖਤਮ ਹੋ ਗਈ ਤਾਂ ਹਿਰਦੇ ਦੇ ਵਿੱਚ ਹੀ ਪਰਮਾਤਮਾ ਨੂੰ ਪਾ ਲਿਆ। ਘਰ ਪਾਵੇ ਮਨ ਹਿਰਦਾ। ਕਿਵੇਂ ਪਾਇਆ? ਗੁਰ ਕੈ ਹੇਤ ਅਪਾਰ। ਗੁਰੂ ਦੇ ਰਾਹੀਂ ਪਰਮਾਤਮਾ ਨੂੰ ਬਹੁਤ ਪਿਆਰ ਕੀਤਾ, ਇਸ ਲਈ ਪ੍ਰਭੂ ਪਤੀ ਘਰ ਦੇ ਵਿੱਚ ਹੀ ਪ੍ਰਾਪਤ ਹੋ ਗਿਆ, ਕਿਤੇ ਭਟਕਣ ਦੀ ਲੋੜ ਨਹੀਂ ਰਹੀ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ। ਵਿੱਚੋਂ ਹਾਹਿਤ ਟਿੱਪੀ, ਹਉਮੈ ਵਿੱਚੋਂ ਖੋਏ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਜਦੋਂ ਕਦੇ ਆਪਾਂ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਦੀ ਨੌਕਰੀ ਕਰਦੇ ਹਾਂ, ਆਪਾਂ ਨੌਕਰ ਕਹਿੰਦੇ ਹਾਂ ਹਿੰਦੀ ਪੰਜਾਬੀ ਵਾਲੇ, ਫਾਰਸੀ ਵਾਲੇ ਚਾਕਰ ਕਹਿੰਦੇ ਨੇ। ਨੌਕਰ ਨੂੰ ਫਾਰਸੀ ਕਹਿੰਦੇ ਚਾਕਰ, ਅਤੇ ਚਾਕਰ ਚਾਕਰੀ ਕਰਦੇ। ਨੌਕਰ ਨੌਕਰੀ ਕਰਦਾ। ਨੌਕਰ ਕੀ ਕਰਦਾ? ਮਾਲਕ ਦੀ ਨੌਕਰੀ ਕਰਦਾ ਨਾ। ਚਾਕਰ ਚਾਕਰੀ ਕਰਦਾ। ਅਰਥ ਸੇਵਾ ਹੀ ਹੈ। ਅਰਥ ਉਹੀ ਹੈ। ਕਈ ਵਾਰੀ ਡਬਲ ਸ਼ਬਦ ਵਰਤੇ ਹੁੰਦੇ ਨੇ, ਇੱਕ ਪੰਜਾਬੀ ਦਾ, ਇੱਕ ਫਾਰਸੀ ਦਾ। ਸੋ ਤਾਂ ਹੈ ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਜਦੋਂ ਮਨੁੱਖ ਗੁਰੂ ਦੀ ਸੇਵਾ ਕਰਦਾ ਉਹਦਾ ਮਨ ਨਿਰਮਲ ਹੋ ਜਾਂਦਾ। ਜਦੋਂ ਮਨ ਨਿਰਮਲ ਹੁੰਦਾ ਸੁਖ ਹੋਏ, ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਕਰਨ 'ਤੇ ਮਨ ਨਿਰਮਲ ਹੁੰਦਾ, ਮਨ ਨਿਰਮਲ ਹੋਣ 'ਤੇ ਸੁੱਖ ਮਿਲਦਾ ਹੈ। ਕਿਉਂ ਜਦ ਮਨ ਹੀ ਨਿਰਮਲ ਹੋਏਗਾ ਤਾਂ ਬੰਦੇ ਨੇ ਨਾ ਭੈੜਾ ਸੋਚਣਾ ਅਤੇ ਨਾ ਭੈੜਾ ਕਰਨਾ। ਅਸੀਂ ਭੈੜਾ ਕਿਉਂ ਸੋਚਦੇ ਹਾਂ? ਸਾਡਾ ਮਨ ਸਾਫ਼ ਨਹੀਂ ਹੈ। ਸਾਡਾ ਆਪਣਾ ਮਨ ਗੰਦਾ ਹੈ, ਇਸ ਕਰਕੇ ਗੰਦੇ ਵਿਚਾਰ ਹੁੰਦੇ ਨੇ। ਗੰਦੇ ਵਿਚਾਰ ਅੱਗੇ ਸਾਡੇ ਤੋਂ ਫਿਰ ਗੰਦੇ ਕਰਮ ਕਰਾਉਂਦੇ ਨੇ, ਹੋਰ ਕੋਈ ਗੱਲ ਨਹੀਂ ਹੁੰਦੀ। ਉੱਥੋਂ ਫਿਰ ਪਤਾ ਲੱਗਦਾ ਤੁਹਾਨੂੰ ਵਿਚਾਰ ਹੀ ਮਾੜੇ ਆ ਰਹੇ ਨੇ। ਵਿਚਾਰ ਹਮੇਸ਼ਾ ਮਨ 'ਚ ਉੱਠਦੇ ਨੇ। ਵਿਚਾਰ ਮਾੜੇ ਆ ਰਹੇ, ਸਿੱਧਾ ਹਿਸਾਬ ਮਨ ਮੈਲਾ ਹੈ। ਸਿੱਧਾ ਹਿਸਾਬ ਮਨ ਮੈਲਾ ਹੈ, ਇਸ ਲਈ ਰੱਬ ਨੇ ਮਿਲਣਾ ਨਹੀਂ ਹੈ। ਹੁਣ ਕੀਤਾ ਕੀ ਜਾਏ? ਹੋਰ ਢੰਗ ਤਰੀਕੇ ਕੋਈ ਨਹੀਂ ਕਹਿੰਦੇ। ਗੁਰੂ ਦੀ ਸੇਵਾ ਕਰੋ ਅਤੇ ਵੱਧ ਤੋਂ ਵੱਧ ਸਿਮਰਨ ਕਰੋ। ਸੇਵਾ ਕਰੋ, ਸਿਮਰਨ ਕਰੋ, ਉਹਦੇ ਨਾਲ ਮਨ ਨਿਰਮਲ ਹੋ ਜਾਏਗਾ। ਜਦੋਂ ਮਨ ਨਿਰਮਲ ਹੋ ਜਾਏਗਾ, ਮਨ 'ਚ ਭੈੜੇ ਵਿਚਾਰ ਹੀ ਨਹੀਂ ਹੋਣਗੇ। ਨਾ ਭੈੜੇ ਵਿਚਾਰ ਆਉਣ, ਨਾ ਅਸੀਂ ਭੈੜੇ ਕੰਮ ਕਰੀਏ।
ਕਰਮ ਕਰਨ ਤੋਂ ਪਹਿਲਾਂ ਹਮੇਸ਼ਾ ਉਹਦਾ ਵਿਚਾਰ ਆਉਂਦਾ ਹੁੰਦਾ, ਹਮੇਸ਼ਾ। ਇੱਥੇ ਆਉਣ ਤੋਂ ਪਹਿਲਾਂ ਤੁਹਾਡੇ ਮਨ 'ਚ ਵਿਚਾਰ ਆਇਆ ਕਿ 7 ਵੱਜਣ ਵਾਲੇ ਨੇ, ਚਲੋ ਬਈ ਚੱਲੀਏ। ਪਹਿਲਾਂ ਵਿਚਾਰ ਆਇਆ, ਫਿਰ ਤੁਸੀਂ ਆਏ ਹੋ। ਚੋਰੀ ਦਾ ਪਹਿਲਾਂ ਵਿਚਾਰ ਮਨ 'ਚ ਆਉਂਦਾ, ਫਿਰ ਬੰਦਾ ਚੋਰੀ ਕਰਦਾ। ਬਦਮਾਸ਼ੀ ਦਾ ਪਹਿਲਾਂ ਵਿਚਾਰ ਆਉਂਦਾ, ਫਿਰ ਬੰਦਾ ਬਦਮਾਸ਼ੀ ਕਰਦਾ। ਉਹ 1000 'ਚੋਂ ਇੱਕ ਅੱਧਾ ਚਾਂਸ ਹੈ ਕਿ ਤੁਸੀਂ ਚਾਹੁੰਦੇ ਨਹੀਂ ਸੀ ਪਰ ਹੋ ਗਿਆ। ਜਿਵੇਂ ਤੁਹਾਡੀ ਤੂੰ ਮੈਂ ਕਿਸੇ ਨਾਲ ਹੋ ਗਈ, ਤੁਸੀਂ ਉਹਨੂੰ ਮਾਰਨਾ ਨਹੀਂ ਚਾਹੁੰਦੇ, ਪਰ ਤੁਹਾਨੂੰ ਗੁੱਸਾ ਚੜਿਆ, ਤੁਸੀਂ ਆਪਣੀ ਸ਼੍ਰੀ ਸਾਹਿਬ ਕੱਢੀ ਤੇ ਉਹਦੇ ਢਿੱਡ 'ਚ ਮਾਰੇ ਤੇ ਮਰ ਗਿਆ। ਐਕਚੁਅਲੀ ਤੁਸੀਂ ਮਾਰਨਾ ਨਹੀਂ ਸੀ ਚਾਹੁੰਦੇ ਪਰ ਮਰ ਗਿਆ। ਇਹ ਰੇਅਰ ਚਾਂਸ ਹੁੰਦੇ, ਹੋ ਜਾਂਦੇ ਨੇ, ਇਸ ਤਰ੍ਹਾਂ ਹੋ ਜਾਂਦੇ। ਜਦੋਂ ਬਹਿਸ ਹੁੰਦੀ ਹੈ ਫਿਰ ਜੱਜ ਨੂੰ ਹੌਲੀ ਪਤਾ ਲੱਗਦਾ ਕਿ ਇਹਦਾ ਇਰਾਦਾ ਕਤਲ ਨਹੀਂ ਸੀ। ਇੱਕ ਹੁੰਦਾ ਕਤਲ ਕਰ ਦੇਣਾ, ਇੱਕ ਹੁੰਦਾ ਇਰਾਦਾ ਕਤਲ। ਆਪ ਜੀ ਵੱਡੇ ਬੈਠੇ ਹੋ, ਸਾਰਿਆਂ ਇਹਨਾਂ ਗੱਲਾਂ ਦਾ ਗਿਆਨ ਹੈ ਵੀ ਇਹ ਵਾਕਈ ਕਤਲ ਕਰਨਾ ਚਾਹੁੰਦਾ ਸੀ। ਉਹ ਦੇ ਦੇਵੇ ਨਹੀਂ, ਇਹਦਾ ਕਤਲ ਦਾ ਇਰਾਦਾ ਨਹੀਂ ਸੀ ਪਰ ਗੁੱਸੇ 'ਚ ਆ ਕੇ ਕਤਲ ਹੋ ਗਿਆ ਹੈ। ਉਹਦੀ ਫਿਰ ਥੋੜ੍ਹੀ ਜਿਹੀ ਜਿਹੜੀ ਹੈ ਨਾ ਸਜ਼ਾ ਉਹ ਘੱਟ ਜਾਂਦੀ ਹੈ। ਅਤੇ ਜੇ ਜੱਜ ਨੂੰ ਪਤਾ ਵੀ ਵਾਕਈ ਤਾਂ ਕਤਲ ਕਰਨਾ ਚਾਹੁੰਦਾ ਸੀ ਤਾਂ ਫਿਰ ਉਹ ਪੂਰੀ ਸਜ਼ਾ ਮਿਲਦੀ ਉਸ ਨੂੰ। ਫਿਰ ਇਸ ਤਰ੍ਹਾਂ ਉਹ ਕਦੇ ਕਦੇ ਇਸ ਤਰ੍ਹਾਂ ਹੋ ਜਾਂਦਾ, ਨਹੀਂ ਤਾਂ ਪਹਿਲਾਂ ਮਨ 'ਚ ਹਮੇਸ਼ਾ ਵਿਚਾਰ ਪੈਦਾ ਹੁੰਦਾ ਹੈ, ਫਿਰ ਉਹ ਐਕਸ਼ਨ ਹੁੰਦਾ ਉਹਦੇ ਅਨੁਸਾਰ। ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ। ਕਿ ਜਦੋਂ ਗੁਰੂ ਦਾ ਸ਼ਬਦ ਮਨ 'ਚ ਵਸ ਜਾਂਦਾ, ਸ਼ਬਦ ਉਪਦੇਸ਼, ਜਦੋਂ ਗੁਰੂ ਦਾ ਉਪਦੇਸ਼ ਮਨ 'ਚ ਵਸ ਜਾਂਦਾ ਨਾ, ਆ ਬਾਣੀ ਮਨ 'ਚ ਵਸ ਜਾਏਗੀ ਨਾ, ਹਉਮੈ ਵਿੱਚੋਂ ਖੋਏ। ਸਾਡੇ ਅੰਦਰ ਹਉਮੈ ਖਤਮ ਹੋ ਜਾਏਗੀ। ਕਿਉਂ? ਤੁਸੀਂ ਜਦੋਂ 6ਵੀਂ ਅਸ਼ਟਪਦੀ ਪੜ੍ਹੀ ਸੁਖਮਨੀ ਸਾਹਿਬ ਦੀ ਬੜੇ ਧਿਆਨ ਨਾਲ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਝਾਏ ਅਹਮੇਵ, ਇਹ ਅਸ਼ਟਪਦੀ ਤੁਸੀਂ ਅੱਗੇ ਪੜ੍ਹੀ ਫਿਰ ਪਤਾ ਲੱਗਾ ਓਹੋ ਇਹ ਤਾਂ ਜੇ ਪ੍ਰਸਾਦ 36 ਅੰਮ੍ਰਿਤ ਖਾਏ, ਜੇ ਪ੍ਰਸਾਦ ਆ ਹੈ ਉਹ ਹੈ, ਇਹ ਤਾਂ ਉਹਦੀ ਕਿਰਪਾ ਨਾਲ। ਬੰਦਾ ਕਹਿੰਦਾ ਜੇ ਮੈਂ ਚੰਗੇ ਕੱਪੜੇ ਪਾ ਰਹੇ ਤਾਂ ਉਹਦੀ ਕਿਰਪਾ ਹੈ, ਇਹ ਤਾਂ ਉਹਦੀ ਕਿਰਪਾ ਹੈ। ਜੇ ਮੇਰੇ ਕੋਲ ਵਧੀਆ ਘਰ ਹੈ ਤਾਂ ਉਹਦੀ ਕਿਰਪਾ ਹੈ, ਉਹਦੀ ਕਿਰਪਾ ਨਾਲ ਵਧੀਆ ਘਰ ਹੈ। ਜੇ 36 ਪ੍ਰਕਾਰ ਦਾ ਭੋਜਨ ਖਾ ਰਹੇ ਉਹਦੀ ਕਿਰਪਾ ਹੈ। ਤਾਂ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ। ਪਰ ਨਹੀਂ, ਇਹ ਬੰਦਾ ਪੜ੍ਹ ਕੇ ਭੁੱਲ ਭੁਲਾ ਜਾਂਦਾ। ਇਹ ਤਾਂ ਹੈ ਵੀ ਸੌਖਾ, ਕੋਈ ਔਖਾ ਤਾਂ ਨਹੀਂ ਮੀਨਿੰਗ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ, ਵੀ ਜਿਹਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦਾ ਭੋਜਨ ਖਾ ਰਿਹਾ ਹੈ, ਉਹਨੂੰ ਸਦਾ ਮਨ 'ਚ ਵਸਾ ਕੇ ਰੱਖ, ਭਾਵ ਸਦਾ ਦਾ ਨਾਮ ਜਪਦਾ ਰਹਿ। ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇਂ, ਪਾਟ ਰੇਸ਼ਮ ਨੂੰ ਕਹਿੰਦੇ ਨੇ, ਜਿਹਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਪਾ, ਬਹੁਤ ਕੀਮਤੀ ਕੱਪੜੇ ਪਾਉਂਦਾ, ਉਹਨੂੰ ਕਹਿੰਦਾ ਸਦਾ ਯਾਦ ਰੱਖੋ। ਫਿਰ ਪਤਾ ਲੱਗਦਾ ਕਿ ਉਹ ਮੈਨੂੰ ਤਾਂ ਸੀ ਵੀ ਮੈਂ ਆਪਣੇ ਪੈਸਿਆਂ ਦੇ ਕੱਪੜੇ ਲੈ ਕੇ ਆਇਆ, ਇਹ ਤਾਂ ਉਹਦੀ ਕਿਰਪਾ। ਹੌਲੀ ਹੌਲੀ ਜਦੋਂ ਅਸੀਂ ਇਹ ਵਿਚਾਰ, ਬਾਣੀ ਦੀ ਵਿਚਾਰ ਸਾਡੇ ਹਿਰਦੇ 'ਚ ਵਸ ਜਾਏਗੀ, ਸਾਡੇ ਅੰਦਰ ਹਉਮੈ ਘਟਣੀ ਸ਼ੁਰੂ ਹੋ ਜਾਏਗੀ। ਫਿਰ ਬੰਦਾ ਇਹ ਨਹੀਂ ਕਹਿੰਦਾ ਕਿ ਹਾਂ ਇਹ ਜਿਹੜਾ ਮੇਰੇ ਕੋਲ ਪੈਸਾ ਹੈ ਇਹ ਮੇਰੇ ਕਾਰਨ ਹੈ। ਨਹੀਂ, ਇਹ ਤਾਂ ਉਹਦੀ ਕਿਰਪਾ ਹੈ। ਤੈਨੂੰ ਸੋਝੀ ਬਖਸ਼ੀ ਰੱਖੀ, ਤੂੰ ਪੈਸਾ ਜਿਹੜਾ ਹੈ ਵਰਤਿਆ ਹੈ, ਖਰਚਿਆ ਨਹੀਂ ਹੈ, ਇਸ ਲਈ ਤੇਰੇ ਕੋਲ ਬਚ ਗਏ। ਜੋ ਸੋਝੀ ਨਾ ਦਿੰਦਾ, ਤੂੰ ਪੈਸੇ ਖਰਚ ਦਿੰਦਾ ਤੇ ਮੁੱਕ ਜਾਂਦੇ। ਪੈਸਾ ਵਰਤਣ ਨਾਲ ਨਹੀਂ ਮੁੱਕਦਾ, ਪੈਸਾ ਖਰਚਣ ਨਾਲ ਮੁੱਕਦਾ ਹੈ। ਉਹ ਤਾਂ ਇੱਕ ਦਿਨ 'ਚ ਲੱਖ 2 ਲੱਖ ਵੀ ਮੁੱਕ ਸਕਦਾ ਜੇ ਖਰਚਣ 'ਤੇ ਆ ਜਾਓ, ਵਰਤਣ ਨਾਲ ਨਹੀਂ ਮੁੱਕਦਾ। ਆ ਜਿਹੜੇ ਕਰਜ਼ਾਈ ਹੋ ਗਏ ਨੇ, ਚਲੋ ਤਾਂ ਕਈ ਕਾਰਨ ਹੁੰਦੇ ਨੇ। ਮੰਨ ਲਓ ਇੱਕ ਗਰੀਬ ਬੰਦਾ ਬਿਮਾਰ ਹੋ ਗਿਆ ਹੈ, ਉਹ ਜਿੰਨਾ ਕਮਾਉਂਦਾ ਸੀ ਬਸ ਉਹਦੇ ਨਾਲ ਘਰ ਦਾ ਹੀ ਗੁਜ਼ਾਰਾ ਹੁੰਦਾ ਸੀ, ਬੈਂਕ ਬੈਲੈਂਸ ਉਹਦੇ ਕੋਲ ਹੈ ਨਹੀਂ। ਹੁਣ ਬਿਮਾਰੀ 'ਤੇ ਅੱਗੇ 50-60 ਹਜ਼ਾਰ ਰੁਪਏ ਖਰਚਾ, ਉਹਨੇ ਕਿਸੇ ਤੋਂ ਵਿਆਜ 'ਤੇ ਫੜ ਲਿਆ। ਹੁਣ ਦਿਹਾੜੀ ਕਰਦਾ, ਉਹਦੇ ਵਿੱਚੋਂ ਕਿਸ਼ਤ ਨਹੀਂ ਮੋੜਦੀ, ਕਰਜ਼ਾ ਵੱਧਦਾ ਲੱਖਾਂ ਤੱਕ ਪਹੁੰਚ ਜਾਂਦਾ ਹੈ। ਇੱਕ ਤਾਂ ਇਹ ਕਾਰਨ ਹੁੰਦਾ, ਇਹ ਤਾਂ ਮਜਬੂਰੀ ਹੈ, ਇਹ ਕਿਸੇ ਦੀ ਵੀ ਹੋ ਸਕਦੀ ਹੈ। ਦੂਜਾ ਹੈਗਾ ਉਂਝ ਹੀ ਪੈਸਾ ਖਰਚੀ ਜਾਣ, ਜਿਹਨੂੰ ਉਜਾੜਨਾ ਕਹਿੰਦੇ ਨੇ। ਅਸੀਂ ਪੰਜਾਬ ਦੇ ਲੋਕ ਫੁਕਰੇ ਹਾਂ, ਮੰਨੋ ਨਾ ਮੰਨੋ,
ਫੁਕਰੇ ਹਾਂ, ਬੱਕਰੇ ਬੁਲਾਉਣ ਵਾਲੇ ਹਾਂ, ਵਿਆਹਾਂ ਸ਼ਾਦੀਆਂ 'ਤੇ ਬੇਤਹਾਸ਼ਾ ਖਰਚ ਕਰਨ ਵਾਲੇ ਹਾਂ। ਦੁਆਨੀ ਦਾ ਜਵਾਕ ਨਹੀਂ ਦਾ ਕਈ ਹਜ਼ਾਰ ਦੇ ਜਨਮ ਦਿਨ 'ਤੇ ਖਰਚਾ ਕਰ ਦਿੰਦੇ ਨੇ। ਵੀ ਚੱਲ ਸੜਿਆ ਜੇ ਪੜ੍ਹਾਈ ਆਉਂਦੀ ਨਹੀਂ ਕਰਦੇ ਤੇ ਖਰਚਾ ਕਰੋ ਜਨਮ ਦਿਨ ਦੇ 'ਤੇ। ਹਾਂਜੀ, ਉਹਨੂੰ ਵਿਚਾਲੇ ਕੱਟ ਦਿਓ ਚਾਕੂ ਨਾਲ, ਚੱਲ ਗਿਆ ਤੂੰ ਤਾਂ, ਤੇਰੇ 2 ਟੋਟੇ ਕੀਤੇ। ਕਰਦੇ ਹੋ ਕਿ ਨਹੀਂ ਉਹ ਤੁਸੀਂ? ਔਰ ਕੀ ਹੁੰਦਾ ਉਹ ਕੇਕ ਵਿਚਾਲੇ ਹੀ ਕੱਟਦੇ ਹੋ ਨਾ। ਕਦੇ ਬੱਚੇ ਨੂੰ ਤੁਹਾਡੇ ਪ੍ਰਸ਼ਨ ਨਹੀਂ ਕੀਤਾ, ਮੰਮਾ ਡੈਡੀ ਤੁਸੀਂ ਤਾਂ ਮੈਨੂੰ ਇਹ ਕੇਕ ਕਿਹਦੇ ਲਈ ਹੈ? ਤੇਰੇ ਲਈ ਹੈ ਨਾ, ਅਤੇ ਤੁਸੀਂ ਤਾਂ ਵਿਚਾਲੇ ਹੀ ਕੱਟਦਾ ਹੈਗਾ। ਬਈ ਤੂੰ ਵਿਚਾਲੇ ਕੱਟਣ ਜੋਗਾ, ਇਸ ਲਈ ਵਿਚਾਲੇ ਕੱਟਦਾ ਹੈ ਤਾਂ ਤੂੰ ਨਖਿੱਧ, ਪਰ ਤੂੰ ਰੀ ਕਰੀ ਗਿਆ, ਇਸ ਲਈ ਅਸੀਂ ਤੇਰਾ ਦਿਨ ਮਨਾ ਲਿਆ ਹੈ। ਵਿਆਹ ਤੋਂ ਪਹਿਲਾਂ ਵੀ DJ ਵੱਜ ਰਿਹਾ ਜੀ, ਉਹ ਬੱਲੇ 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 ਨੱਚ ਰਹੇ हैं ਜੀ। ਫਿਰ ਸ਼ਕਤੀ ਵਾਟਰ ਪੀਂਦੇ ਨੇ ਜੀ। ਅਗਲੇ ਦਿਨ ਫਿਰ ਵਿਆਹ 'ਤੇ ਖਰਚਾ ਜੀ। ਉਦੋਂ ਅਗਲੇ ਰਿਸੈਪਸ਼ਨ ਹੈ ਜੀ, ਲੱਖਾਂ ਰੁਪਏ ਖਰਚਾ ਕਰ ਦਿੰਦੇ ਨੇ, ਰਿਟਰਨ ਹੈ ਕੋਈ ਨਹੀਂ। ਇਹ ਰਿਟਰਨ ਹੀ ਕੋਈ ਨਹੀਂ, ਦੱਸੋ ਉਹਦੇ ਵਾਪਸ ਹੀ ਤੁਹਾਨੂੰ ਦਵਾਨੀ ਨਹੀਂ ਕੋਈ ਤੁਸੀਂ ਮਿਲਣੀ। ਅਤੇ ਫਿਰ ਠੀਕ ਹੈ, ਬਾਕੀ ਸਾਰੀ ਉਮਰ ਰੋਈ ਜਾਓ, ਫਿਰ ਤੁਹਾਡੇ ਬੱਚੇ ਵੀ ਰੋਈ, ਤੁਸੀਂ ਵੀ ਰੋਈ ਜਾਓ, ਬਾਕੀ ਤੁਹਾਡੀ ਮਰਜ਼ੀ ਹੈ ਭਾਈ। ਸੋ ਗੁਰੂ ਮਹਾਰਾਜ ਕਹਿੰਦੇ, ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ। ਜਦੋਂ ਨਾਮ ਰੂਪੀ ਪਦਾਰਥ ਪ੍ਰਾਪਤ ਹੋ ਜਾਏਗਾ ਨਾ, ਫਿਰ ਸਦਾ ਹੀ ਲਾਭ ਹੈ। ਮਨ ਦੇ ਵਿੱਚ ਸਦਾ ਹੀ ਲਾਭ ਹੈ ਜਿਸ ਨੂੰ ਨਾਮ ਰੂਪੀ ਪਦਾਰਥ ਪ੍ਰਾਪਤ ਹੈ। ਜਿਹੜਾ ਨਾਮ ਜਪਦਾ ਰਹਿੰਦਾ ਉਹਨੂੰ ਲਾਭ ਹੀ ਲਾਭ ਹੈ। ਇੱਕ ਐਸਾ ਸੌਦਾ ਹੈ ਜਿਸ 'ਚ ਘਾਟਾ ਪੈਂਦਾ ਹੀ ਨਹੀਂ। ਹੋਰ ਵਪਾਰ 'ਚ ਮੈਂ ਦੇਖਿਆ ਵਪਾਰੀਆਂ ਨੂੰ ਕਦੇ ਘਾਟਾ ਪੈ ਗਿਆ, ਕਦੇ ਲਾਭ ਹੋ ਗਿਆ। ਜਿਵੇਂ ਕਿਸਾਨ ਹੈ, ਕਦੇ ਫਸਲ ਚੰਗੀ ਹੋ ਗਈ, ਕਦੇ ਮਾੜੀ ਹੋ ਗਈ, ਕਦੇ ਸੜ ਗਈ, ਕਦੇ ਸੁੱਕ ਗਈ, ਕਦੇ ਰੁੜ ਗਈ, ਕਈ ਕੁਛ ਦੇਖਿਆ ਤਾਂ ਹੁੰਦੇ। ਪਰ ਨਾਮ ਦੇ ਵਿੱਚ ਤਾਂ ਘਾਟਾ ਪੈਂਦਾ ਹੀ ਨਹੀਂ। ਇਹ ਤਾਂ ਲਾਹੇਵੰਦਾ ਸੌਦਾ, ਅਤੇ ਜਿਹੜਾ ਸੌਦਾ ਲਾਹੇਵੰਦਾ ਹੈ ਉਹ ਸੌਦਾ ਜ਼ਰੂਰ ਫਿਰ ਕਰੀਦਾ। ਸਿਆਣਪ ਤਾਂ ਇਹੀ ਹੈ। ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ, ਜਿੰਨਾ ਵੀ ਸਾਡੇ ਕੋਲ ਸਮਾਂ ਬਚੇ ਆਪਣੀ ਕਿਰਤ ਤੋਂ ਬਾਅਦ, ਅਸੀਂ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਅਸੀਂ ਕਰਾਂਗੇ, ਸਾਨੂੰ ਵੇਖ ਕੇ ਕੋਈ ਹੋਰ ਵੀ ਕਰ ਸਕਦਾ ਹੈ, ਉਹਦਾ ਵੀ ਭਲਾ ਹੋ ਜਾਏਗਾ। ਜਿਵੇਂ ਤੁਸੀਂ ਆਪ ਕਿਤਾਬ ਪੜ੍ਹ ਰਹੇ ਹੋ, ਤੁਸੀਂ ਆਪਣੇ ਸਹੇਲੀ ਨੂੰ, ਦੋਸਤ ਮਿੱਤਰ, ਰਿਸ਼ਤੇਦਾਰ ਕਈਆਂ ਨੇ ਦਿੱਤੀਆਂ ਕਿਤਾਬਾਂ। ਅਗਰ ਕੋਈ ਵੀ ਉਸ ਨੂੰ ਪੜ੍ਹੇਗਾ, ਅਗਰ ਉਹਨੂੰ ਥੋੜ੍ਹਾ ਬਹੁਤਾ ਵੀ ਲਾਭ ਹੋ ਗਿਆ ਤਾਂ ਉਹ ਕਹੇਗਾ ਭਾਈ ਤੇਰਾ ਬੜਾ ਤੂੰ ਭਲਾ ਕੀਤਾ, ਅੱਜ ਬੜੀ ਵਧੀਆ ਕਿਤਾਬ ਮੈਨੂੰ ਲਿਆ ਕੇ ਦਿੱਤੀ ਹੈ। ਆਪ ਵੀ ਭਜਨ ਬੰਦਗੀ ਕਰੋ, ਤੁਹਾਨੂੰ ਵੇਖ ਕੇ ਆਪੇ ਹੀ ਦੂਜੇ ਲੱਗ ਜਾਣਗੇ। ਬਹੁਤੇ ਪ੍ਰਚਾਰ ਦੀ ਲੋੜ ਨਹੀਂ ਹੁੰਦੀ। ਇਹ ਮਨੁੱਖ ਆਪ ਹੀ ਪ੍ਰਚਾਰਕ ਹੈ, ਉਹਦਾ ਜੀਵਨ ਹੀ ਪ੍ਰਚਾਰ ਹੈ। ਤੁਹਾਨੂੰ ਵੇਖਣਾ ਲੋਕਾਂ ਨੇ, ਤੁਹਾਡੀ ਨਕਲ ਬੱਚਿਆਂ ਨੇ ਕਰਨੀ ਹੈ। ਇਸ ਲਈ ਸਾਨੂੰ ਮਾਡਲ ਬਣਨਾ ਪਏਗਾ। ਜਿਹੜੇ ਥੋੜ੍ਹੀ ਬਹੁਤੀ ਡਰਾਇੰਗ ਜਾਣਦੇ ਨੇ, ਟੀਚਰ ਕੀ ਕਹਿੰਦਾ, ਸਾਹਮਣੇ ਜੱਗ ਰੱਖਦਾ ਟੇਬਲ ਦੇ ਉੱਤੇ ਹੈ, ਅਤੇ ਤੁਹਾਨੂੰ ਅੱਧੇ ਦਾਇਰੇ 'ਚ ਬਿਠਾਉਂਦਾ ਬਈ ਜਿਵੇਂ ਤੁਹਾਨੂੰ ਜੱਗ ਦਿਸ ਰਿਹਾ ਆਪਣੇ ਕਾਗਜ਼ 'ਤੇ ਬਣਾਓ। ਉਹਨੂੰ ਕਹਿੰਦੇ ਮਾਡਲ। ਉਹ ਸਾਹਮਣੇ ਮਾਡਲ ਹੈ, ਅਸੀਂ ਉਹਦੀ ਨਕਲ ਕਰ ਰਹੇ ਹਾਂ। ਜਿਵੇਂ ਸਾਨੂੰ ਜੱਗ ਦਿਸ ਰਿਹਾ ਅਸੀਂ ਉਸੇ ਤਰ੍ਹਾਂ ਹੀ ਬਣਾ ਰਹੇ ਹਾਂ। ਇਸ ਤਰ੍ਹਾਂ ਮਨੁੱਖ ਨਕਲ ਤੋਂ ਸਿੱਖਦਾ ਹੈ। ਇਹ ਦੂਜੇ ਨੂੰ ਵੇਖਦਾ ਹੈ, ਇਹ ਕੀ ਕਰ ਰਿਹਾ ਹੈ। ਸਾਡੀ ਆਦਤ ਹੈ, ਕਈ ਕਹਿੰਦੇ ਨਕਲ ਨਹੀਂ ਹੋਣੀ ਚਾਹੀਦੀ। ਮੈਂ ਸਵਾਲ ਹੀ ਪੈਦਾ ਬੰਦ ਹੋ ਜਾਏ, ਬੰਦਾ ਸਿੱਖਦਾ ਹੀ ਨਕਲ ਤੋਂ ਹੈ। ਤੁਸੀਂ ਮੱਥਾ ਟੇਕ ਰਹੇ ਹੋ, ਤੁਹਾਡਾ ਬੱਚਾ ਕੋਲ ਹੈ, ਉਹ ਵੇਖ ਰਿਹਾ, ਇਹ ਮੰਮੀ ਨੇ ਇਸ ਤਰ੍ਹਾਂ ਗੋਡੇ ਟੇਕੇ, ਇਹ ਇਸ ਤਰ੍ਹਾਂ ਕਿਤੇ, ਉਹ ਪਹਿਲਾਂ ਤੁਹਾਨੂੰ ਵੇਖ ਦਿੰਦਾ। ਮੈਂ ਕਈ ਵਾਰ ਬੈਠਾ ਸਾਹਮਣੇ ਬੈਠਾ, ਮੈਂ ਦੇਖਦਾ ਬੱਚੇ ਨੂੰ, ਉਹ ਤੁਹਾਨੂੰ ਵੇਖਦਾ ਕਿਵੇਂ। ਇੱਕ ਅੱਧੀ ਵਾਰੀ ਉਸ ਤੋਂ ਪੂਰਾ ਨਹੀਂ ਵੀ ਹੁੰਦਾ, ਜਦ ਦੂਜੀ ਤੀਜੀ ਵਾਰੀ ਗੁਰਦੁਆਰਾ ਆਉਂਦਾ, ਤੁਹਾਨੂੰ ਵੇਖ ਕੇ ਉਸੇ ਤਰ੍ਹਾਂ ਹੀ ਮੱਥਾ ਟੇਕਦਾ ਜਿਵੇਂ ਤੁਸੀਂ ਟੇਕਿਆ। ਉਹ ਨਕਲ ਕਰਦਾ ਹੈ। ਇਸ ਲਈ ਅਸੀਂ ਆਪਣੇ ਆਪ ਨੂੰ ਮਾਡਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਜੋ ਸਾਡੀ ਕੋਈ ਨਕਲ ਕਰੇ ਤਾਂ ਉਸ ਤੋਂ ਕੋਈ ਸਿੱਖ ਸਕੇ। ਉਹ ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।